ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਅੱਜ ਦੇ ਮਤੇ ਗੁਰਮਤੇ ਅਤੇ ਹੁਕਮਨਾਮੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਿੱਖ ਨੂੰ ਗੁਰੂ ਦੇ ਨਾਲ ਜੋੜਨ ਲਈ, ਸਿੱਖ ਨੂੰ ਗੁਰੂ ਦੀ ਸੰਗਤ ਦੇਣ ਲਈ, ਸਿੱਖ ਨੂੰ ਗੁਰੂ ਦੇ ਰਾਹੀਂ ਅਕਾਲ ਪੁਰਖ ਤੱਕ ਪਹੁੰਚਾਉਣ ਲਈ, ਉਸ ਦੀ ਮੰਜ਼ਿਲੇ ਮਕਸੂਦ ਤੱਕ ਪਹੁੰਚਾਉਣ ਲਈ ਜਿਹੜਾ ਸਥਾਨ ਗੁਰੂ ਸਾਹਿਬ ਨੇ ਨੀਅਤ ਕੀਤਾ, ਜਿਹੜਾ ਸਥਾਨ ਗੁਰੂ ਸਾਹਿਬ ਨੇ ਖੁਦ ਸਵੀਕਾਰ ਕੀਤਾ, ਜਿਸ ਨੂੰ ਖੁਦ ਗੁਰੂ ਸਾਹਿਬ ਨੇ ਬਣਾਇਆ, ਉਹ ਸੀ ਗੁਰੂਦੁਆਰਾ। ਗੁਰੂਦੁਆਰਾ ਉਹ ਸਥਾਨ ਸੀ, ਗੁਰੂ ਦਾ ਘਰ ਉਹ ਜਗ੍ਹਾ ਸੀ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਇਹ ਆਦੇਸ਼ ਹੈ, ਇਹ ਹੁਕਮ ਹੈ ਸਿੱਖ ਨੂੰ ਕਿ ਉਹ ਜਗ੍ਹਾ ਲੱਭੋ, ਉਹ ਸਥਾਨ ਲੱਭੋ ਜਿਹੜੀ ਕਿ ਗੁਰੂ ਸਾਹਿਬ ਨਾਲ ਜੁੜੀ ਹੋਈ ਹੈ। ਜਿਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਦੇ ਚਰਨ ਕਮਲ ਪਏ ਹਨ, ਉਹਨਾਂ ਸਥਾਨਾਂ ਦੀ ਚਰਨ ਤੋੜ ਮੁਖ 'ਤੇ ਲਾਣੀ ਇਹ ਸਿੱਖ ਦਾ ਫਰਜ਼ ਹੈ, ਉਸ ਦਾ ਹੱਕ ਹੈ, ਉਸ ਦਾ ਬੁਨਿਆਦੀ ਫਰਜ਼ ਵੀ ਹੈ। ਗੁਰੂ ਸਾਹਿਬ ਜਿੱਥੇ ਜਿੱਥੇ ਗਏ, ਗੁਰੂ ਕਿਆਂ ਸਿੱਖਾਂ ਨੇ ਉਹਨਾਂ ਥਾਵਾਂ ਨੂੰ ਸਾਂਭਿਆ, ਉਹਨਾਂ ਨੂੰ ਬੜੇ ਹੀ ਸੋਹਣੇ ਤਰੀਕੇ ਨਾਲ ਉਸ ਨੂੰ ਉਹਦੀ ਤਾਮੀਰ ਕਰਾਈ, ਉਸ ਦੀ ਕੰਸਟਰਕਸ਼ਨ ਹੋਈ, ਉਹ ਧਰਮਸ਼ਾਲਾ ਬਣੀਆਂ। ਹਜ਼ੂਰ ਨੇ ਤਾਂ ਹੁਕਮ ਦਿੱਤਾ ਘਰ ਘਰ ਅੰਦਰ ਧਰਮਸਾਲ, ਘਰ ਘਰ ਦੇ ਅੰਦਰ ਹੀ ਧਰਮਸ਼ਾਲਾ ਹੋਣੀ ਚਾਹੀਦੀ ਹੈ, ਕਿਉਂਕਿ ਸਿੱਖ ਦਾ ਜੀਵਨ ਕਦੀ ਵੀ ਕੰਪਾਰਟਮੈਂਟਲਾਈਜ਼ ਹੋ ਕੇ ਨਹੀਂ ਜੀ ਸਕਦਾ। ਉਹ ਡਿੱਬਾ ਬੰਦ ਨਹੀਂ ਹੁੰਦਾ, ਉਹਦੇ ਵਿੱਚ ਇਕਸਾਰਤਾ ਹੈ। ਜੇਕਰ ਉਹ ਕਿਰਤ ਕਰਦਾ ਹੈ ਤਾਂ ਉਹ ਵੀ ਧਰਮ ਦੀ ਕਿਰਤ ਹੈ, ਜੇਕਰ ਉਹ ਗੁਰੂ ਦਾ ਕੰਮ ਕਰਦਾ ਹੈ ਉਹ ਵੀ ਧਰਮ ਦਾ ਕੰਮ ਹੈ, ਜੇਕਰ ਉਹ ਯੁੱਧ ਕਰਦਾ ਹੈ ਉਹ ਵੀ ਧਰਮ ਦਾ ਕੰਮ ਹੈ, ਉਹ ਵੀ ਧਰਮ ਯੁੱਧ ਹੈ। ਉਹ ਆਪਣੀ ਜ਼ਿੰਦਗੀ ਨੂੰ ਵੱਖ ਹਿੱਸਿਆਂ ਵਿੱਚ ਨਹੀਂ ਵੰਡ ਸਕਦਾ ਕਿ ਇਹ ਮੇਰਾ ਨਿੱਜੀ ਜੀਵਨ ਹੈ, ਇਹ ਮੇਰਾ ਪਰਿਵਾਰਕ ਜੀਵਨ ਹੈ, ਇਹ ਮੇਰਾ ਸਦਾਚਾਰਕ ਜੀਵਨ ਹੈ, ਇਹ ਮੇਰਾ ਸਮਾਜਿਕ ਜੀਵਨ ਹੈ, ਇਹ ਮੇਰਾ ਰਾਜਨੀਤਿਕ ਜੀਵਨ ਹੈ। ਜਦੋਂ ਇਹ ਕਰੇਗਾ ਉਹ ਫਿਰ ਭੇਖੀ ਹੀ ਕਵਾਏਗਾ। ਗੁਰੂ ਨਾਨਕ ਸਾਹਿਬ ਨੇ ਜਗ੍ਹਾ ਜਗ੍ਹਾ ਦੇ ਉੱਤੇ ਉਹ ਧਰਮਸ਼ਾਲਾ ਜਿਹੜੀਆਂ ਕਾਇਮ ਕੀਤੀਆਂ, ਜਿਨ੍ਹਾਂ ਦੇ ਵਿੱਚ ਕੀਰਤਨ ਹੁੰਦਾ ਸੀ, ਜਿਨ੍ਹਾਂ ਵਿੱਚ ਸੋਦਰ ਆਰਤੀ ਪੜ੍ਹੀ ਜਾਂਦੀ ਸੀ, ਜਿਨ੍ਹਾਂ ਦੇ ਵਿੱਚ ਗੁਰੂ ਦੀ ਗੱਲ, ਜਿਨ੍ਹਾਂ ਦੇ ਵਿੱਚ ਅਕਾਲ ਪੁਰਖ ਦੀ ਗੱਲ ਕੀਤੀ ਜਾਂਦੀ ਸੀ, ਉਹ ਜਗ੍ਹਾ ਧਰਮਸ਼ਾਲਾ ਹੋਈ। ਔਰ ਉਹਨਾਂ ਸਥਾਨਾਂ ਨੂੰ ਸਾਂਭਣ ਲਈ, ਉਹਨਾਂ ਸਥਾਨਾਂ ਦੇ ਨਾਲ ਜੋੜਨ ਲਈ, ਗੁਰੂ ਦੇ ਨਾਲ ਜੋੜਨ ਲਈ ਗੁਰੂ ਅਮਰਦਾਸ ਜੀ ਨੇ ਉਸ ਨੂੰ ਇੰਸਟੀਟਿਊਸ਼ਨਲਾਈਜ਼ ਕੀਤਾ। ਔਰ ਉਹ ਸੰਗਤਾਂ ਜਿਹੜੀਆਂ ਗੁਰੂ ਨਾਨਕ ਸਾਹਿਬ ਨੇ ਜਗ੍ਹਾ ਜਗ੍ਹਾ ਸੰਗਤਾਂ ਬਣਾਈਆਂ ਸੀ, ਛੋਟੀ ਸੰਗਤ, ਬੜੀ ਸੰਗਤ, ਮੈਣੀ ਸੰਗਤ, ਉਹ ਸੰਗਤਾਂ ਨੂੰ ਗੁਰੂ ਅਮਰਦਾਸ ਜੀ ਨੇ ਪੱਕਿਆਂ ਕਰਨ ਲਈ ਮਸੰਦ ਬਣਾਏ। ਮਸਨਦ ਦੇ ਉੱਤੇ ਬਹਿਣ ਵਾਲੇ, ਆਸਨ ਲਗਾਉਣ ਵਾਲੇ ਉਹ ਮਸੰਦ ਸਨ। ਇਹਨਾਂ ਮਸੰਦਾਂ ਦੇ ਰਾਹੀਂ ਕਾਰਪੇਟਾ ਇਕੱਤਰ ਹੋ ਕੇ ਗੁਰੂ ਦੇ ਕੋਲ ਪਹੁੰਚਿਆ ਕਰਦੀ ਸੀ। ਇਹ ਗੁਰੂ ਔਰ ਸਿੱਖ ਦੇ ਵਿਚਕਾਰ ਇੱਕ ਮਸੰਦ ਸੀ ਜਿਹੜਾ ਕਿ ਗੁਰੂ ਦਾ ਸਨੇਹਾ ਉਹਨਾਂ ਤੱਕ ਪਹੁੰਚਾਉਂਦਾ ਸੀ, ਉਹਨਾਂ ਦੀ ਕਾਰਪੇਟ ਗੁਰੂ ਤੱਕ ਪਹੁੰਚਾਉਂਦਾ ਸੀ, ਮਰਕਜ਼ ਦੇ ਨਾਲ, ਉਸ ਧੁਰੇ ਦੇ ਨਾਲ, ਉਸ ਕੇਂਦਰ ਦੇ ਨਾਲ ਜੋੜਦਾ ਸੀ। ਸਮੇਂ ਅਨੁਸਾਰ ਜਿਵੇਂ ਕਿਧਰੇ ਵੀ ਪਾਣੀ ਖੜਾ ਹੋ ਜਾਏ ਤਾਂ ਉਹ ਗੰਧਲਾ ਹੋ ਜਾਂਦਾ ਹੈ, ਉਸ ਵਿੱਚ ਖੜੋਤ ਆ ਜਾਏ ਤਾਂ ਉਹਦੇ ਵਿੱਚ ਕਈ ਅਲਾਮਤਾਂ, ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ। ਬਿਲਕੁਲ ਮਸੰਦ ਪ੍ਰਥਾ ਦੇ ਵਿੱਚ ਵੀ ਇੱਦਾਂ ਹੀ ਹੋਇਆ। ਜਦੋਂ ਗੱਲ ਪੁਰਾਣੀ ਹੋ ਗਈ, ਉਹ ਮਸੰਦ ਪੱਕੇ ਹੋ ਗਏ, ਜਦੋਂ ਉਹ ਜੱਦੀ ਹੋ ਗਏ, ਉਹਨਾਂ ਨੇ ਇਸ ਨੂੰ ਆਪਣੀ ਜਾਇਦਾਦ ਹੀ ਸਮਝ ਲਿਆ, ਆਪਣਾ ਹੱਕ ਸਮਝ ਲਿਆ। ਉਹ ਸੇਵਾ ਦਾ ਭਾਵ ਹੌਲੇ ਹੌਲੇ ਨਿਕਲਦਾ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ, ਬਲਕਿ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਤੋਂ ਹੀ ਇਹਨਾਂ ਮਸੰਦਾਂ ਨੂੰ ਦੂਰ ਕਰਨਾ ਸ਼ੁਰੂ ਕਰ ਦਿੱਤਾ ਗਿਆ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਬਹੁਤ ਹੀ ਸਾਫ਼ ਔਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਆਦੇਸ਼ ਦੇ ਦਿੱਤੇ, ਮਸੰਦਾਂ ਨੂੰ ਮੰਨਣਾ ਨਹੀਂ। ਮਸੰਦ ਪ੍ਰਥਾ ਬਿਲਕੁਲ ਖਤਮ ਕਰ ਦਿੱਤੀ। ਮਸੰਦਾਂ ਦੇ ਹਟਣ ਤੋਂ ਬਾਅਦ ਗੁਰਦੁਆਰਿਆਂ ਦੇ ਪ੍ਰਬੰਧ, ਗੁਰੂ ਘਰਾਂ ਦੇ ਪ੍ਰਬੰਧ, ਗੁਰ ਅਸਥਾਨਾਂ ਦੇ ਪ੍ਰਬੰਧ ਹੁਣ ਜਾਂ ਤਾਂ ਉਹਦੇ ਉੱਤੇ ਹਕੂਮਤਾਂ ਦੇ ਕਬਜ਼ੇ ਹੋ ਗਏ, ਮੁਗਲਾਂ ਦੇ ਕਬਜ਼ੇ ਹੋ ਗਏ, ਔਰ ਕਬਜ਼ਿਆਂ ਦੀ ਹਾਲਤ ਵੀ ਇਤਨੀ ਦੁਖਦਾਈ ਹੋ ਗਈ ਕਿ ਸਿੱਖਾਂ ਲਈ
ਉਹ ਜਿਹੜਾ ਅਸਥਾਨ ਗੁਰੂ ਦਾ ਅਸਥਾਨ ਸੀ, ਜਿੱਥੋਂ ਉਹਨਾਂ ਨੂੰ ਸਾਰਾ ਕੁਝ ਪ੍ਰਾਪਤ ਹੋਣਾ ਸੀ, ਜਿਹੜਾ ਸੋਦਰ ਤੋਂ ਸੋ ਘਰ ਦੀ ਗੱਲ ਕਰਦਾ ਸੀ, ਜਿਸ ਦੀ ਦਹਿਲੀਜ਼ ਤੇ ਮੱਥਾ ਟੇਕ ਕੇ ਇੱਕ ਮੋਹਰ ਦੀ ਤਰ੍ਹਾਂ, ਜਿਵੇਂ ਮੋਹਰ ਕਿਧਰੇ ਲਗਾਈ ਜਾਏ, ਮੋਹਰ ਪੁੱਠੀ ਹੁੰਦੀ ਹੈ, ਪਰ ਜਦੋਂ ਉਹਦਾ ਛਾਪਾ ਛਪਦਾ ਹੈ ਤਾਂ ਉਹ ਸਿੱਧਾ ਹੁੰਦਾ ਹੈ। ਸਿੱਖ ਵੀ ਜਦੋਂ ਗੁਰੂ ਦੀ ਦਹਿਲੀਜ਼ ਦੇ ਉੱਤੇ ਆਪਣਾ ਮਸਤਕ ਧਰਦਾ ਹੈ, ਉਸ ਦੇ ਪੁੱਠੇ ਲੇਖ ਸਿੱਧੇ ਹੁੰਦੇ ਹਨ। ਉਹ ਸਥਾਨਾਂ ਦੇ ਉੱਤੇ ਹਾਲਤ ਇਹ ਹੋ ਗਈ, ਜਿਵੇਂ ਲਿਖਿਆ ਕਿ ਹਰਮੰਦਰ ਵਿੱਚ ਡਾਹਿਆ ਮੰਜਾ, ਡਰ ਪਉ ਮੇਰਾ ਲੱਥਾ ਉੱਕਾ, ਤੇਗ ਮੇਰੀ ਤੋਂ ਡਰਦੇ ਮਾਰੇ, ਜਾਂ ਝਲਾਂ ਵਿੱਚ ਸਿੰਘ ਹੈ ਲੁੱਕਾ, ਜਾਮ ਪਿਆ ਹੁਣ ਨੱਚ ਨਚਾਰੀਏ, ਹਰ ਦੇ ਘਰ ਮੇਰਾ ਗੁੜ ਕੇ ਹੁੱਕਾ, ਝੂਮ ਝੂਮ ਇਉਂ ਆਖ ਰਿਹਾ ਸੀ, ਮੱਸਾ ਰੰਗੜ ਮਦ ਵਿੱਚ ਚੂਰ, ਉਹ ਝਟਕਾਇਆ ਸਿੰਘਾਂ ਆ ਕੇ, ਹੱਕੀ ਬੱਕੀ ਰਹਿ ਗਈ ਹੂਰ। ਆਪਣੀਆਂ ਜਾਨਾਂ ਹੂਲ ਕੇ ਆਪਣੀ ਜਾਨ ਦੀ ਪਰਵਾਹ ਨਾ ਕੀਤੀ, ਉਸ ਨੂੰ ਜੇਕਰ ਗੁਰੂ ਦੇ ਲੇਖੇ ਲੱਗ ਜਾਏ, ਇਸ ਤੋਂ ਉੱਤਮ ਭਾਗ ਇਸ ਜੀਵਨ ਦਾ ਮਨੋਰਥ ਹੀ ਸਿੰਘਾਂ ਨੇ ਮਿਥ ਲਿਆ। ਕਮਾਲ ਦੀ ਉਹ ਵਾਰਤਾ ਹੈ ਜਦੋਂ ਦੀਵਾਨ ਕੌੜਾ ਮੱਲ, ਜਿਨ੍ਹਾਂ ਨੂੰ ਪੰਥ ਬਹੁਤ ਸਤਿਕਾਰ ਨਾਲ ਯਾਦ ਕਰਦਾ ਹੈ, ਉਹ ਜਦੋਂ ਇੱਕ ਸ਼ਾਹਰਾਹ 'ਤੇ ਖੜੇ ਸਨ, ਇੱਕ ਬੀਬੀ ਵਾਹੋ ਦਾ ਹੀ ਆਪਣੇ ਬੱਚੇ ਨੂੰ ਝੋਲੀ ਵਿੱਚ ਚੁੱਕ ਤੇ ਬੜੀ ਸ਼ਤਾਬੀ ਦੇ ਨਾਲ, ਬੜੀ ਸਪੀਡ ਦੇ ਨਾਲ, ਬਹੁਤ ਤੇਜ਼ੀ ਦੇ ਨਾਲ ਵਾਹੋ ਦਾ ਹੀ ਜਾ ਰਹੀ ਸੀ। ਦੀਵਾਨ ਕੌੜਾ ਮੱਲ ਜੀ ਨੇ ਪੁੱਛਿਆ, ਮਾਈ ਕਿੱਧਰ ਜਾ ਰਹੀ ਹੈ? ਕਹਿਣ ਲੱਗੀ, ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀ ਹਾਂ। ਕੌੜਾ ਮੱਲ ਜੀ ਨੇ ਕਿਹਾ, ਤੈਨੂੰ ਨਹੀਂ ਪਤਾ ਕਿ ਉੱਥੇ ਤਾਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦਾ ਕਬਜ਼ਾ ਹੈ ਔਰ ਉੱਥੇ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾਏਗਾ, ਉੱਥੋਂ ਕੋਈ ਬਚ ਕੇ ਨਹੀਂ ਆ ਸਕਦਾ। ਉਹ ਕਹਿਣ ਲੱਗੀ, ਜੇ ਇਹ ਸਰੀਰ ਗੁਰੂ ਦੇ ਲੇਖੇ ਲੱਗ ਜਾਏ ਤਾਂ ਇਸ ਤੋਂ ਹੋਰ ਚੰਗੀ ਗੱਲ ਕਿਹੜੀ ਹੋ ਸਕਦੀ ਹੈ। ਦੀਵਾਨ ਕੌੜਾ ਮੱਲ ਜੀ ਦੇ ਉਹਨਾਂ ਦਾ ਸਿਰ ਚੁੱਕਿਆ, ਪਰ ਕਹਿਣ ਲੱਗੇ, ਬੀਬੀ ਜੇ ਤੈਨੂੰ ਆਪਣੇ ਸਰੀਰ ਨਾਲ ਪਿਆਰ ਨਹੀਂ, ਜੇ ਤੈਨੂੰ ਆਪਣੇ ਨਾਲ ਪਿਆਰ ਨਹੀਂ, ਤਾਂ ਇਸ ਬੱਚੇ ਦੇ ਉੱਤੇ ਤਾਂ ਤਰਸ ਕਰ। ਇਹ ਮਾਸੂਮ ਤੇਰੀ ਗੋਦੀ ਵਿੱਚ ਜਿਹੜਾ ਬਾਲਕ ਹੈ, ਇਸ ਦੇ ਉੱਤੇ ਤਾਂ ਤਰਸ ਕਰ। ਉਹ ਕਹਿਣ ਲੱਗੀ, ਮੈਂ ਇਸ ਨੂੰ ਬਹੁਤ ਪਿਆਰ ਕਰਦੀ ਹਾਂ, ਮੈਂ ਇਸ 'ਤੇ ਤਰਸ ਕਰਦੀ ਹਾਂ, ਤਾਂ ਹੀ ਮੈਂ ਇਸ ਨੂੰ ਨਾਲ ਲੈ ਕੇ ਜਾ ਰਹੀ ਹਾਂ। ਸ਼ਾਇਦ ਇਸ 'ਤੇ ਵੀ ਗੁਰੂ ਦੀ ਬਖਸ਼ਿਸ਼ ਹੋ ਜਾਏ, ਇਹ ਵੀ ਗੁਰੂ ਦੇ ਲੇਖੇ ਲੱਗ ਜਾਏ। ਇਹ ਭਾਵਨਾ ਸੀ ਗੁਰੂ ਦੇ ਉਹਨਾਂ ਦੁਆਰਿਆਂ ਦੀ ਸੇਵਾ ਸੰਭਾਲ ਦੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂਦੁਆਰਾ ਬਣਾਇਆ, ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਣਾਇਆ। ਉਸ ਦਾ ਨਕਸ਼ਾ ਕਮਾਲ ਦਾ ਨਕਸ਼ਾ ਹੈ। ਭਾਈ ਸਾਹਿਬ ਭਾਈ ਕਾਨ ਸਿੰਘ ਜੀ ਕਹਿੰਦੇ ਹਨ, ਜੇ ਤੁਸੀਂ ਗੁਰਦੁਆਰੇ ਦਾ ਨਕਸ਼ਾ ਬਣਾਉਣਾ ਹੈ, ਜੇ ਤੁਸੀਂ ਗੁਰਦੁਆਰੇ ਦੀ ਕੰਸਟਰਕਸ਼ਨ ਕਰਨੀ ਹੈ, ਤਾਂ ਇੱਕ ਦਫਾ ਜ਼ਰੂਰ ਗੁਰੂ ਅਰਜਨ ਦੇਵ ਜੀ ਵੱਲੋਂ ਬਣਾਏ ਹੋਏ, ਖੁਦ ਉਸਾਰੇ ਹੋਏ ਉਸ ਹਰਮੰਦਰ ਸਾਹਿਬ ਦੇ ਨਕਸ਼ੇ ਵੱਲ ਜ਼ਰੂਰ ਦੇਖੋ। ਆਮ ਤੌਰ ਦੇ ਉੱਤੇ ਬਾਦਸ਼ਾਹ ਭਾਈ ਗੁਰਦਾਸ ਜੀ ਲਿਖਦੇ ਹਨ, ਝਰੋਖਿਆਂ ਦੇ ਵਿੱਚ ਬੈਠਦੇ ਸਨ ਔਰ ਜਿਹੜੀ ਉਹਨਾਂ ਦੀ ਆਡੀਅנס ਹੈ, ਖਲਕਤ ਹੈ, ਜਨਤਾ ਹੈ, ਉਹ ਥੱਲੇ ਬੈਠਦੀ ਸੀ। ਆਮ ਤੌਰ ਦੇ ਉੱਤੇ ਇਸ ਤਰ੍ਹਾਂ ਹੁੰਦਾ ਸੀ, ਪਰ ਇਹ ਤਾਂ ਉਲਟੀ ਗੰਗ ਵਹਾਣੀ ਸੀ। ਗੰਗ ਜਮਨ ਜੋ ਉਲਟੀ ਬਹੇ ਤੋ ਨਾਮਾ ਹਰ ਕਹਿਤਾ ਰਹੇ। ਇਹ ਤਾਂ ਉਲਟੀ ਗੰਗਾ ਹੈ। ਇੱਥੇ ਸੰਗਤ ਬਾਲਕਨੀਜ਼ ਵਿੱਚ ਹੈ ਹਰਮੰਦਰ ਸਾਹਿਬ ਦੀ, ਔਰ ਗੁਰੂ ਥੱਲੇ ਹੈ, ਵਿਚਕਾਰ ਹੈ। 4 ਦਰਵਾਜ਼ੇ ਹਨ, ਕੋਈ ਦਿਸ਼ਾ ਮੁਕਰਰ ਨਹੀਂ ਹੈ, ਕੋਈ ਦਿਸ਼ਾ ਪੂਰਬ ਨਹੀਂ ਹੈ। ਕਉ ਪਛਾ ਕੋ ਸੀਸ ਨਵਾਇਓ, ਕਉ ਬਤਾਨ ਕੋ ਪੂਜਿਤ ਹੈ ਪਸੂ, ਕਉ ਮਰਤਾਨ ਕੋ ਪੂਜਨ ਧਾਇਓ। ਕੋਈ ਦਿਸ਼ਾ ਉਹਦੀ ਪੱਕੀ ਨਹੀਂ ਹੈ। ਉਹਦਾ ਮੱਥਾ ਨਾ ਪੂਰਬ ਵੱਲ ਹੈ, ਨਾ ਪੱਛਮ ਵੱਲ ਹੈ, ਨਾ ਉੱਤਰ ਵੱਲ ਹੈ, ਨਾ ਦੱਖਣ ਵੱਲ ਹੈ। ਇੱਕ ਡਾਇਗਨਲ ਹੈ। ਇੱਕ ਅਜੀਬ ਨਕਸ਼ਾ ਦਿੱਤਾ। ਔਰ ਹਰਮੰਦਰ ਸਾਹਿਬ ਦੇ ਅੰਦਰ ਪਾਲਕੀ ਵੀ ਨਹੀਂ ਹੈ। ਪਾਲਕੀ ਵੀ ਨਹੀਂ ਹੈ, ਕਿਉਂਕਿ ਪਾਲਕੀ ਇੱਕ ਸਵਾਰੀ ਹੈ। ਪਾਲਕੀ ਦੇ ਵਿੱਚ ਗੁਰੂ ਸਾਹਿਬ ਦੀ ਸਵਾਰੀ ਆਉਂਦੀ ਹੈ, ਪਾਲਕੀ ਬਾਹਰ ਰੁਕ ਜਾਂਦੀ ਹੈ। ਅੰਦਰ ਮੰਜੀ ਸਾਹਿਬ ਦੇ ਉੱਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ, ਬਿਰਾਜਮਾਨ ਹੁੰਦੇ ਹਨ। ਮੰਜੀ ਗ੍ਰਸਤੀਆਂ ਦਾ ਸਥਾਨ ਹੈ। ਕੋਈ ਆਸਨ 'ਤੇ ਬਹਿੰਦਾ ਹੈ, ਕੋਈ ਸਿੰਘਾਸਨ 'ਤੇ ਬਹਿੰਦਾ ਹੈ, ਕੋਈ ਮ੍ਰਿਗਸ਼ਾਲਾ 'ਤੇ ਬਹਿੰਦਾ ਹੈ, ਕੋਈ ਸ਼ੇਰ ਦੀ ਖਲ 'ਤੇ ਬਹਿੰਦਾ ਹੈ, ਪਰ ਗ੍ਰਸਤੀਆਂ ਦਾ ਬੈਠਣ ਦੀ ਜਗ੍ਹਾ ਮੰਜੀ ਹੈ। ਗੁਰੂ ਸਾਹਿਬ ਨੇ ਮੰਜੀ ਸਾਹਿਬ ਦੇ ਉੱਤੇ ਬਿਰਾਜਮਾਨ ਗੁਰੂ ਗ੍ਰੰਥ ਸਾਹਿਬ ਨੂੰ ਕਰ ਦਿੱਤਾ। ਇਹ ਗ੍ਰਹਸਥ ਮਾਰਗ ਹੈ। ਇਹ ਜਿਹੜਾ ਨਕਸ਼ਾ
गुरु अर्जन देव जी ने दिता, जिहड़ा हर किसे लिए खुला है। पर ग्रंथ दे बाद ग्रंथ की ताबिया, ग्रंथ की राखी, ग्रंथ की सेवा, ग्रंथ की संभाल एक ग्रंथी भी चाहिए। ग्रंथी किहड़ा दिता? गुरु साहब दे कोल भाई गुरदास जी होर महान विद्वान सन, बहुत विद्वान सन जिन्हां दे गुरु साहब दे समकाली सन, पर जिन्हां नूं चुनिया गया वो सन बाबा बुढ़ा जी। तुसी बाबा बुढ़ा जी की क्वालिफिकेशन बारे पूछना चाहते हो, उन्हां दी लियाकत बारे जानना चाहते हो। बाबा बुढ़ा जी नूं गुरु अर्जन देव जी ने सद्या और कहा कि बाबा जी, बालक हरगोबिंद की पढ़ाई की जिम्मेवारी ये तुहाडी है, इन्हां नूं पढ़ाई तुसी कराओ। बाबा जी गल विच पल्ला पा के हथ जोड़ के खड़े हो गए, कहन लगे सतगुर सच्चे पातशाह, मैं तो खुद नहीं पढ़िया, मैं खुद नहीं मदरसे गया, मैं खुद किसी स्कूल विच नहीं गया, मैं इन्हां नूं की पढ़ावांगा। गुरु अर्जन देव जी ने पूरी गंभीरता नाल कहा और साडे लई चानण मुनारा है, साडे लई एक निशानी है कि ग्रंथी की क्वालिफिकेशन गुरु अर्जन देव जी तय कर रहे हैं। जेकर बाबा बुढ़ा जी नूं गुरु अर्जन देव जी थाप रहे हैं तो हरमंदर साहब के ग्रंथी की सेवा भाई मनी सिंह जी की लाई जा रही है। होर इस तो वड्डा स्नेहा की हो सकता है कि जिन्हां दे लई जदों कीर्ति किरत बन जाए फिर तत् निकल जाता है। कीर्ति जदों किरत बन जाती है फिर उस विचों तत् निकल जाता है। बाबा बुढ़ा जी नूं गुरु अर्जन देव जी ने कहा, बाबा जी तुसी बालक हरगोबिंद नूं वो पढ़ाई कराओ जिहड़ी तुहानूं गुरु नानक साहब ने कराई सी। गुरु नानक साहब की पढ़ाई वो किहड़ी पढ़ाई सी? जिहड़ी क्वालिफिकेशन, जिहड़ी लियाकत, जिहड़ी काबलीयत बाबा बुढ़ा जी विच सी, उसनूं लैके उन्हां नूं हरमंदर साहब का पहला ग्रंथी थापिया गया। पहली ताबिया गुरु अर्जन देव जी किनारे बैठे हैं और गुरु ग्रंथ साहब की ताबिया बाबा बुढ़ा जी हैं। किसी नूं भुलेखा ना पै जाए कि मैं गुरु अर्जन देव जी नूं ही मत्था टेक रहा हाँ। ये ताकीद है, गुरु दे अगे नतमस्तक होना है, गुरु ग्रंथ साहब नूं नमस्कार करनी है। और जदों फिर समा आया तो फिर बाबा भाई मनी सिंह जी नूं हरमंदर साहब का ग्रंथी थापिया गया और नियुक्त किया गया। उन्हां दे बारे दस्सण दी लोड़ ही नहीं कि किस तरह हरमंदर साहब की अजमत लई, हरमंदर साहब की राखी लई, सिखां की इज्जत लई उन्होंने कितनी महान कुर्बानी की, जिहदा इतिहास दे विच कोई सानी ही नहीं है कि उन्होंने बंद बंद कटवा के जिहड़ी कुर्बानी की, शरीर दे सारे अंग बंद बंद कटवा के भी उन्होंने बिरद बाणे दी अपनी जिहड़ी सी वो सिक्खी केसां स्वासा संग निभाही। उन्होंने जलाद नूं इहो गल कही सी, सुण कातल असी रल मिल दोवें अजब तमाशा लावांगे। भाई मनी सिंह जैसे ग्रंथी, बाबा गुरबख्श सिंह जैसे सेवादार प्रबंधक हरमंदर साहब दे रहे। बाबा गुरबख्श सिंह जी उन्हां दी ड्यूटी लगी, उन्हां दी सेवा सी हरमंदर साहब दे प्रबंधक होण दी, प्रबंध करन दी। सुनिया अबदाली दीयां फौजां आ गईयां, बाबा जी दे नाल केवल 32 सिंह सन, हज़ारां दी तादाद दे विच फौज सी। बाबा गुरबख्श सिंह जी का वह स्थान अज भी श्री अकाल तख्त साहब के पिछले पासे उन्हां दा वह स्थान बनया होया है। कभी मौका मिले जरूर जाके उस स्थान के उत्ते भी नतमस्तक होना। असीं इस दे बारे आप नाल गल जारी रखांगे। समा है एक छोटे ਜਿਹੇ ब्रेक का। जस पंजाबी दे सूझवान दर्शकों का वक्फे के बाद निੱਘਾ स्वागत है। अज का यह प्रोग्राम मते गुरमते अते हुक्मनामे है।
ਅਸੀਂ ਇੱਕ ਬਹੁਤ ਹੀ ਮਹੱਤਵਪੂਰਨ, ਬਹੁਤ ਹੀ ਖਾਸ ਜਿਹੜੇ ਪੰਥ ਨੇ ਗੁਰਮਤੇ ਕੀਤੇ ਹਨ, ਉਹਨਾਂ ਦੇ ਬਾਰੇ ਆਪ ਨਾਲ ਵਿਚਾਰ ਸਾਂਝੇ ਕਰਾਂਗੇ। ਕਿਉਂਕਿ ਪੰਥ ਦਾ ਉਹ ਗੁਰਮਤਾ ਪੰਥ ਦਾ ਹੈ, ਪੰਥ ਦਾ ਹੁਕਮ ਹੈ, ਗੁਰੂ ਦਾ ਹੁਕਮ ਹੈ। ਗੁਰਦੁਆਰਿਆਂ ਦੇ ਪ੍ਰਬੰਧਕ ਦੀ ਕੀ ਸ਼ਰਤ ਹੋਣੀ ਚਾਹੀਦੀ ਹੈ, ਇਹ ਬਹੁਤ ਗੰਭੀਰ ਵਿਸ਼ਾ ਹੈ। ਜੇਕਰ ਪ੍ਰਬੰਧ ਸਹੀ ਹੋਏਗਾ ਤਾਂ ਸਾਰਾ ਕੁਝ ਠੀਕ ਹੋਏਗਾ, ਪਰ ਜੇਕਰ ਪ੍ਰਬੰਧਕ ਠੀਕ ਨਹੀਂ ਹੋਏਗਾ ਤਾਂ ਫਿਰ ਉਸ ਦੇ ਬਾਅਦ ਕਿਸੇ ਹੋਰ ਚੀਜ਼ ਦੀ ਆਸ ਕਰਨੀ ਉਹ ਨਿਰਰਥਕ ਹੈ। ਪੰਥ ਦੇ ਉਹ 3 ਮਤੇ ਜਿਹੜੇ ਪ੍ਰਬੰਧਕ ਦੀ ਕੁਆਲੀਫਿਕੇਸ਼ਨ ਮੁਤਲਕ ਹਨ, ਉਹ ਅਸੀਂ ਆਪ ਨਾਲ ਜ਼ਰੂਰ ਸਾਂਝੇ ਕਰਾਂਗੇ। ਪਰ ਉਸ ਦੀ ਭੂਮਿਕਾ, ਉਸ ਦਾ ਪਿਛੋਕੜ, ਉਹ ਵੀ ਆਪ ਨਾਲ ਸਾਂਝਾ ਕਰਨਾ ਜ਼ਰੂਰੀ ਹੈ। ਕਿਉਂਕਿ ਗੁਰਦੁਆਰਾ ਇੱਕ ਆਮ ਸੰਸਥਾ ਨਹੀਂ ਹੈ, ਇਹ ਕੋਈ ਕਲੱਬ ਨਹੀਂ ਹੈ, ਇਹ ਕੋਈ ਸੁਸਾਇਟੀ ਨਹੀਂ ਹੈ, ਇਹ ਕੋਈ ਵੈਸੇ ਬਣਾਈ ਹੋਈ ਕੰਪਨੀ ਨਹੀਂ ਹੈ ਕਿ ਇਸ ਨੂੰ ਜਿੱਦਾਂ ਮਰਜ਼ੀ ਚਲਾ ਲਓ ਜਾਂ ਕੰਮ ਚਲਾਓ ਤਰੀਕੇ ਨਾਲ ਕਰ ਲਓ। ਕਿਉਂਕਿ ਇਸ ਦਾ ਮਕਸਦ ਹੈ ਗੁਰੂਦੁਆਰੇ ਦੇ ਵਿੱਚੋਂ ਹੀ ਸਾਨੂੰ ਸਾਰਾ ਕੁਝ ਅਧਿਆਤਮਕ, ਆਤਮਕ ਸਾਰਾ ਕੁਝ ਇੱਥੋਂ ਪ੍ਰਾਪਤ ਹੋਣਾ ਹੈ। ਗੁਰਦੁਆਰੇ ਦੇ ਉੱਤੇ ਲੱਗਾ ਹੋਇਆ ਨਿਸ਼ਾਨ ਸਾਹਿਬ, ਝੂਲਦਾ ਹੋਇਆ ਨਿਸ਼ਾਨ ਸਾਹਿਬ, ਇਹ ਇੱਕ ਨਿਸ਼ਾਨੀ ਹੈ ਕਿ ਜਿਵੇਂ ਸਮੁੰਦਰ ਦੇ ਵਿੱਚ ਜਾ ਰਹੇ ਇੱਕ ਚੱਲ ਰਹੇ ਜਹਾਜ਼ ਦੇ ਵਿੱਚ ਇੱਕ ਮਸਤੂਲ ਹੁੰਦਾ ਹੈ, ਇੱਕ ਸਭ ਤੋਂ ਉੱਚੀ ਜਿਹੜੀ ਚੀਜ਼ ਹੁੰਦੀ ਹੈ ਉਹ ਉਸ ਦਾ ਮਸਤੂਲ ਹੁੰਦਾ ਹੈ, ਔਰ ਉਹ ਦੂਰੋਂ ਪੰਛੀਆਂ ਨੂੰ ਇੱਕ ਇਸ਼ਾਰਾ ਦਿੰਦਾ ਹੈ ਕਿ ਇੱਥੇ ਤੁਹਾਡੇ ਬੈਠਣ ਦੀ ਥਾਂ ਹੈ, ਇੱਥੇ ਕੋਈ ਚੀਜ਼ ਹੈ। ਜਦੋਂ ਵੀ ਸਿੱਖ ਵੀ ਗੁਰਦੁਆਰੇ ਦੇ ਉਸ ਉੱਚੇ ਲਹਿਰਾ ਰਹੇ ਨਿਸ਼ਾਨ ਸਾਹਿਬ ਨੂੰ ਵੇਖਦਾ ਹੈ ਤਾਂ ਉਸ ਦੇ ਲਈ ਇੱਕ ਸੱਦਾ ਹੈ, आओ मिल गुरसिख, आओ मिल गुरु के प्यारे। एक सदा है जिहड़ा निशान साहब वो आवाज़ां मारदा है। भाई साहब भाई कान सिंह जी नाभा जिहड़े महान विद्वान सन, मैं सिर्फ उन्हां दी एक लाइन दे विच उन्हां ने गुरुद्वारे दी भूमिका, गुरुद्वारे दा की होना चाहिए, गुरुद्वारे दे विच की होना चाहिए, वो उन्हां ने 2 लफ्ज़ां दे विच बयान किया है और जो कि कमाल दा है। वो कहते हैं अगर ये चीज़ां है तां ये गुरुद्वारा है। भाई साहब भाई कान सिंह जी लिखते हैं कि गुरु हरगोबिंद जी ने धर्मशाला की संज्ञा गुरुद्वारा थापी। इस तो पहला इसनूं धर्मशाला कहा जाता सी, पर गुरु हरगोबिंद साहब ने, गुरु अर्जन देव जी ने सचखंड श्री हरमंदर साहब नूं हरिमंदर कहा, उसनूं हरिमंदर कहा, पर गुरु हरगोबिंद साहब ने हर गुरुद्वारे की जिहड़ी धर्मशाला की संज्ञा गुरुद्वारा थाप दिती। भाई कान सिंह जी लिखते हैं कि गुरुद्वारे दे विच की होना चाहिए, जेकर ये शर्तां हन तां उसनूं असीं गुरुद्वारा कहीए। वो कहते हैं सिखां दा गुरुद्वारा विद्यार्थियों लई स्कूल, आत्म जिग्यासी वालियां लई ज्ञान उपदेशक, आचार्य, रोगियां लई शफाखाना, भुखियां लई अन्नपूर्णा, इस्त्री जाति की पत रखण लई लोहमई दुर्ग अते मुसाफरां लई विश्राम का स्थान है। जिथे विद्यार्थियों नूं विद्या मिल सके, जिथे रोगियां नूं इलाज हो सके, जिथे मुसाफर नूं रात रहण दी इजाजत होए, जिथे आत्म जग्यासी लई उहदा ज्ञान वर्धक दा स्थान होए। अगर ये चीज़ां हन तां और किसी दी इज्जत लई वो एक लोहे दा किला बन जाए, फिर वो एक गुरुद्वारा है, तां असीं उसनूं गुरुद्वारा कहंदे हन। पर ये सारियां चीज़ां तां होणगीਆਂ जेकर उस दे प्रबंधक, जिवें असीं जिक्र कर रहे सी, भाई साहब भाई बाबा बुढ़ा जी, भाई मनी सिंह जी या बाबा गुरबख्श सिंह जी होण। बाबा गुरबख्श सिंह जी दा असी आप नाल गलबात कर रहे सी। बाबा गुरबख्श सिंह जी दे नाल केवल 32 सिंह सन। जदों अहमद शाह अब्दाली दा हमला सुनिया तां उसनूं भी सूइयां ने खबर दित्ती कि हरमंदर साहब दे विच तां निहंग सिंह सन,
और ਜਿਹੜੇ कि उत्थे दी राखी लई बिल्कुल तैयार बर तैयार हैं। उन्हां दी गिणती का कोई अंदाज़ा नहीं लग रहा, कितने हैं इसका कोई अंदाज़ा नहीं लगा सकता। जदों बाबा जी ने सुनिया कि हज़ारां की तादाद दे विच अहमद शाह अब्दाली दीयां फौजां चढ़ के हरमंदर साहब के उत्ते आ रही हैं, सब नूं चाह चढ़ गया। वो 32 सिंह इकट्ठे होए श्री अकाल तख्त साहब के उत्ते, और उन्होंने जदों बाबा जी ने उन्होंने मुखातब होकर कहा कि हुण समा है कि शहादत देण दा, हुण समा है अपना आप वारन दा, तां उस वेले एक सिंह ने खड़े होकर कहा, बाबा जी तुहाडे तो होर चंगा इसलिए होर कौन हो सकता है। बाबा जी ने सिर झुका दिता, कहन लगे कि लाड़ा तो तुसीं चुन लिया, दूल्हा तो तुसीं चुन लिया, हुण सरबाला भी आओ। एक सिंह खड़ा हो गया। बाबा जी कहन लगे दूल्हा भी चुन लिया, लाड़ा भी चुन लिया, सरबाला भी चुन लिया, हुण जांजी भी आओ। सारे दे सारे खड़े हो गए। पंथ प्रकाश ने लिखिया है, वो सारे सिंह बाबा जी की अगवाई विच सचखंड श्री हरमंदर साहब गए। उत्थों एक सेहरा लैके, अज ये सेहरा जिहड़ा सकारथा है, जिस सेहरे का कोई अर्थ है, जिहड़ी सेहरे की कोई कीमत है, अज ये सेहरा भी पवित्र हो गया। हरमंदर साहब तो वो सेहरा लैके बाबा जी के सिर के उत्ते सजा दिता गया, बाबा गुरबख्श सिंह जी दे। और सारे सिंह बाहर आए। जदों अहमद शाह अब्दाली दीयां फौजां ने हमला किया, उस दे नाल उसका इतिहासकार उसने उस सारी लड़ाई नूं खुद कलमबद्ध किया है। वो कहता है कि मैं खुद वेख रहा हाँ कि ये सिंह इस तरह लड़ रहे हैं कि इन्हां दे अंदर डर, भय, चिंता, लालच कुछ भी नहीं है। ये तो इस तरह लड़ रहे हैं जिवें कोई अपना फर्ज अदा कर रहे हैं, जिवें कोई अपना कारज पूरा कर रहे हैं, जिवें कोई अपनी दिती हुई ड्यूटी नूं पूरा कर रहे हैं। बाबा जी ने वो आहू लाहे। अखीर दे विच जो इतिहास विच दुश्मन दे भी इतिहास ने अंकित किया, जो पंथ प्रकाश विच भी लिखिया। बाबा जी कहन लगे, हे गुरु तेग बहादुर जी, तुसी इस स्थान दे उत्ते मसंदा ने तुहानूं अंदर नहीं सी आण दिता, तुसी बाहरों ही नतमस्तक होके चले गए सी। उस वेले दी गल कही हुई सी, ये मसंद जो अमृत सरिए त्रिशन अगन की अंतर सड़िए। ये जड़े हरमंदर दे दुआले, ये जड़े गुरुद्वारे दे दुआले कई बार मसंद बैठ जाते हैं। ये सप की तरह कई बार गुरुद्वारियां दे दुआले लिपट जाते हैं। यह मसंद जो अमृत सरिए त्रिशन अगन की अंतर सड़िए, ये त्रिशना की अग विच सड़ रहे हैं। उस वेले मसंदा ने यह मशहूर कर दिता कि गुरु साहब ने कहा अमृत सरिए अंदर सड़िए। ये नहीं जो सही तुक सी, ये मसंद जो अमृत सरिए त्रिशन अगन की अंतर सड़िए। बाबा गुरबख्श सिंह जी ने बेनती की, हे गुरु तेग बहादुर जी, मेरी एक अरदास है, मेरा चित करता है कि जिवें तुसी अपना सीस वारिया सी, मैं भी उस तरह ही अपना सीस वारा। बाबा जी ने इतिहास विच लिखिया है, बाबा जी ने अपने दोवें हथ पिछे कीते, हरमंदर साहब वाल बाहर आके गोडियां पार होके उन्होंने सीस परिक्रमा दे विच रख दिता, और उस वेले उन्हों का सीस उन्हों के तड़ तो वख हो गया। ये सारा इतिहास फिर दोहराया गया जदों महंतां ने बिल्कुल इस तरीके दे नाल 150 सिंघां नूं ननकाणा साहब विच शहीद किया। गुरुद्वारियां नूं हासिल करन लई सिखां ने बड़ी कीमत अदा की, गुरुद्वारियां दी सेवा संभाल लई बड़ी कीमत अदा की, अपनियां जानां वारियां सब कुछ वारिया। पर उहदे बाद नियम दिता कि गुरुद्वारियां दी सेवा संभाल दा दान खालसा जी नूं प्राप्त होवे। गुरुद्वारे दी सेवा
ਖਾਲਸਾ ਕਰ ਸਕਦਾ ਹੈ, ਹੋਰ ਕੋਈ ਨਹੀਂ ਕਰ ਸਕਦਾ। ਕਿਸੇ ਨੂੰ ਜਾਣ ਤੇ, ਕਿਸੇ ਨੂੰ ਹਾਜ਼ਰੀ ਭਰਨ ਤੇ, ਕਿਸੇ ਨੂੰ ਗੁਰਦੁਆਰੇ ਦੇ ਵਿੱਚ ਸ਼ਾਮਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਹਰ ਕਿਸੇ ਲਈ ਉਹ ਦਰਵਾਜ਼ੇ ਖੁੱਲ੍ਹੇ ਹਨ, ਪਰ ਉਸ ਦੀ ਸੇਵਾ ਸੰਭਾਲ ਦਾ ਦਾਨ ਇਹ ਖਾਲਸੇ ਨੂੰ ਹੈ। ਸੇਵਾ ਸੰਭਾਲ ਦੇ ਲਈ ਕਿਹੜੀਆਂ ਸ਼ਰਤਾਂ ਹਨ? ਸਮੇਂ-ਸਮੇਂ ਦੇ ਉੱਤੇ ਪੰਥ ਨੇ ਉਹ ਨੀਅਤ ਕੀਤੀਆਂ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਉਸ ਵੇਲੇ ਕੌਮ ਸਾਂਝੀ ਸੀ, ਕੌਮ ਇਕੱਠੀ ਸੀ, ਵਿਦਵਾਨ ਇੱਕ ਸਨ। ਉਹਨਾਂ ਨੇ ਜੋ ਸ਼ਰਤ ਨੀਅਤ ਕੀਤੀ ਉਹ ਸੀ ਕਿ ਗੁਰਦੁਆਰੇ ਦਾ ਪ੍ਰਬੰਧਕ ਕੇਵਲ ਤਿਆਰ ਬਰ ਤਿਆਰ ਅੰਮ੍ਰਿਤਧਾਰੀ ਸਿੰਘ ਚਾਹੀਦਾ ਹੈ। ਦੂਸਰਾ ਪ੍ਰਬੰਧਕ ਨਹੀਂ ਹੋ ਸਕਦਾ, ਮੈਂਬਰ ਨਹੀਂ ਬਣ ਸਕਦਾ। ਪਟਨਾ ਸਾਹਿਬ ਹਾਲਾਂ ਪੰਜਾਬ ਤੋਂ ਕਿਤਨੀ ਦੂਰ ਹੈ, ਉੱਥੇ ਤਾਂ ਵੋਟਰ ਲਈ ਵੀ ਸ਼ਰਤ ਹੈ ਕਿ ਉਹ ਵੋਟਰ ਵੀ ਤਿਆਰ ਬਰ ਤਿਆਰ ਔਰ ਅੰਮ੍ਰਿਤਧਾਰੀ ਹੋਣਾ ਚਾਹੀਦਾ। ਇਹੀ ਸ਼ਰਤ ਤਿਆਰ ਬਰ ਤਿਆਰ ਮੈਂਬਰ ਦੀ ਹਜ਼ੂਰ ਸਾਹਿਬ ਵੀ ਹੈ। ਪੰਥ ਨੇ ਇਸ ਦੇ ਇਲਾਵਾ ਸਮੇਂ-ਸਮੇਂ ਦੇ ਉੱਤੇ 3 ਹੁਕਮਨਾਮੇ ਜਾਰੀ ਕੀਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤੇ ਪਾਸ ਕੀਤੇ। ਉਹ ਮਤੇ ਅਸੀਂ ਬ੍ਰੇਕ ਦੇ ਬਾਅਦ ਆਪ ਨਾਲ ਸਾਂਝੇ ਕਰਾਂਗੇ। ਨਾਲ ਹੀ ਅਸੀਂ ਤੁਹਾਡੀਆਂ ਕਾਲਸ ਵੀ ਲਵਾਂਗੇ, ਤੁਹਾਡੇ ਵਿਚਾਰ ਲਵਾਂਗੇ ਕਿ ਕੀ ਕੋਈ ਗੈਰ ਸਿੱਖ ਜਾਂ ਜਿਹੜਾ ਸਿੱਖੀ ਵਿੱਚ ਪਰਪੱਕ ਨਹੀਂ ਹੈ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦਾ, ਕੀ ਉਹ ਗੁਰੂ ਕਿਸੇ ਗੁਰਦੁਆਰੇ ਦਾ ਮੈਂਬਰ ਹੋ ਸਕਦਾ ਹੈ? ਕੀ ਉਹ ਪ੍ਰਬੰਧਕ ਹੋ ਸਕਦਾ ਹੈ? ਇਸ ਦੇ ਬਾਰੇ ਅਸੀਂ ਆਪ ਨਾਲ ਜ਼ਰੂਰ ਵਿਚਾਰ ਸਾਂਝੇ ਕਰਾਂਗੇ। ਬ੍ਰੇਕ ਦੇ ਬਾਅਦ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 7187865221 ਦੇ ਉੱਤੇ, ਔਰ ਤੁਹਾਡੇ ਵਿਚਾਰ ਸਾਡੇ ਲਈ ਬਹੁਤ ਕੀਮਤੀ ਹਨ ਤਾਂ ਕਿ ਇਸ ਮਹੱਤਵਪੂਰਨ ਔਰ ਖਾਸ ਅਹਿਮ ਮੁੱਦੇ ਦੇ ਉੱਤੇ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ, ਜ਼ਰੂਰ ਸਾਂਝੇ ਕਰੋ ਕਿ ਤੁਸੀਂ ਇਸ ਮਸਲੇ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਹੋ। ਇੱਕ ਬ੍ਰੇਕ, ਉਹਦੇ ਬਾਅਦ ਮੁੜ ਹਾਜ਼ਰ ਹੁੰਦੇ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਮਤੇ, ਗੁਰਮਤੇ ਅਤੇ ਹੁਕਮਨਾਮੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਇੱਕ ਗੱਲ ਕਹਿਣੀ ਬੜੀ ਜ਼ਰੂਰੀ ਹੈ। ਭਾਈ ਗੁਰਦਾਸ ਜੀ ਗੁਰਬਾਣੀ ਦੇ ਵਿਆਖਿਆਕਾਰ, ਗੁਰਬਾਣੀ ਦੀ ਕੁੰਜੀ, ਉਹਨਾਂ ਦੇ ਕੋਲ ਸਾਰਾ ਉਹ ਗਿਆਨ ਜੋ ਗੁਰਬਾਣੀ ਦੇ ਮੁਤਲਕ ਹੈ, ਅਸੀਂ ਉਹਨਾਂ ਦੀ ਗੱਲ ਕਰਾਂਗੇ। ਪਰ ਉਸ ਦੇ ਨਾਲ ਜਿਹੜੇ ਉਹ 3 ਮਤੇ ਹਨ ਉਹ ਅਸੀਂ ਆਪ ਤੱਕ ਜ਼ਰੂਰ ਸਾਂਝੇ ਕਰਨੇ ਹਨ। ਪਹਿਲਾ ਮਤਾ 7 ਜਨਵਰੀ 1945 ਦਾ ਇਹ ਪੰਥ ਦਾ ਮਤਾ ਹੈ ਕਿ ਸਕੱਤਰ ਸਿੰਘ ਸਭਾ ਆਗਰਾ ਦੀ ਪੱਤਰਕਾ ਪੇਸ਼ ਹੋ ਕੇ ਪ੍ਰਮਾਣ ਹੋਇਆ ਕਿ ਕਿਸੇ ਗੈਰ ਸਿੱਖ ਨੂੰ ਸਿੰਘ ਸਭਾ ਜਾਂ ਕਿਸੇ ਸਿੱਖ ਸੁਸਾਇਟੀ ਦਾ ਅਹੁਦੇਦਾਰ ਨਹੀਂ ਹੋਣਾ ਚਾਹੀਦਾ, ਬਣਾਉਣਾ ਚਾਹੀਦਾ। ਦੂਜਾ ਮਤਾ ਸਿੱਖ ਧਰਮ ਅਨੁਸਾਰ ਜੋ ਪ੍ਰਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਪਰੰਤ ਗੁਰਗੱਦੀ ਪਰ ਵਿਰਾਜਮਾਨ ਜੁਗੋ ਜੁਗ ਨਹੀਂ ਮੰਨਦਾ ਅਤੇ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ 10 ਸਤਿਗੁਰਾਂ ਦੀ ਤੁਲਨਾ ਕਿਸੇ ਹੋਰ ਪ੍ਰਾਣੀ ਨੂੰ ਦਿੰਦਾ ਹੈ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਦੇਹਧਾਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਪਰ ਬਿਰਾਜਮਾਨ ਸਮਝਦਾ ਹੈ, ਉਹ ਸਿੱਖੀ ਦੇ ਦਾਇਰੇ ਤੋਂ ਖਾਰਜ ਨਹੀਂ, ਪਰ ਉਹ ਤਨਖਾਹੀਆ ਹੈ ਤੇ ਜਦ ਤੱਕ ਆਪਣੀ ਭੁੱਲ ਨਾ ਬਖਸ਼ਾਵੇ ਉਹ ਪੰਥ ਦੀ ਕਿਸੇ ਧਾਰਮਿਕ ਜਥੇਬੰਦੀ ਦਾ ਮੈਂਬਰ ਨਹੀਂ ਹੋ ਸਕਦਾ। ਤੀਸਰਾ ਮਤਾ 6 ਅਪ੍ਰੈਲ 1950 ਦਾ ਸਕੱਤਰ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਬੰਬਈ ਦੀ ਚਿੱਠੀ 1369 ਮਿਤੀ 9 ਜਨਵਰੀ 1950 ਰਾਹੀਂ ਜਿਸ ਵਿੱਚ ਕੁਝ ਸੰਪਰਦਾਵਾਂ ਦੇ ਮੈਂਬਰਾਂ ਦਾ ਸਿੰਘ ਸਭਾਵਾਂ ਦੇ ਮੈਂਬਰ ਬਣਨ ਬਾਰੇ ਪੁੱਛ ਕੀਤੀ ਗਈ ਸੀ, ਪੇਸ਼ ਹੋ ਕੇ ਪ੍ਰਵਾਨ ਹੋਇਆ ਕਿ ਜਿਹੜਾ ਸਿੰਘ 10 ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਦੇ ਧਾਰੀ ਨੂੰ ਗੁਰੂ ਮੰਨਦਾ ਹੈ ਉਹ ਮੈਂਬਰ ਨਹੀਂ ਬਣ ਸਕਦਾ। ਇਹ
पंथ का नियम है, ये पंथ का फैसला है। एक गल अखीर विच कहनी जरूर है, भाई गुरदास जी ने एक कमाल की गल कही है। वो कहते हैं कि जे बाहर अग लग जाए उसनों नदी के पानी नाल बुझाया जा सकता है, पर जेकर नदी विच चलती हुई बेड़ी विच अग लग जाए फिर की करोगे। भाई साहब कहते हैं कि जे बाहर अगर डाकुआं दा डर होए तुसी किले विच जाओ, जे किले विच राजा ही लुट्टण लग पवे फिर तुसी कित्थे जाओगे। भाई साहब कहते हैं कि चोरां तो डरदियां तुसी राजे दी शरण विच जाओ, जे राजा ही लुटेरा होए फिर तुसी कित्थे जाओगे। ये सारे हवाले भाई गुरदास जी दिंदे हैं। बाहर की अगन बूझत जल सरता के, नाव में जो आग लागे कहो कह बुझाइए। भाई साहब कहते हैं बाहर से भाग ओट लीजियत कोटगढ़, गढ़ में जो लूट लीजिए कहो कत जाइए। चोरन के त्रास जाए सरन गहे नरिंद, मारे महीपत जियो कैसे कह बचाइए। अखीर दे विच भाई साहब कहते हैं कि जे माया तो डरदे आ, माया दे त्राया होया, माया तो दुखी हो के जे गुरुद्वारे जाओ तो जे उत्थे भी माया दा ही रोला होए फिर असी कित्थे जावांगे। माया डर डर पत हार गुरुद्वारे जावे, तहां जो व्यापे माया कहो कत ठहराइए। ये स्नेहा है, एक चेतावनी है, एक साडे लई चानण मुनारा है। असी कुछ हासिल करिए, अपना फर्ज अदा करिए। गुरुद्वारा पवित्र स्थान है, गुरु नाल जोड़न दा। ये ना होए कि असी इस तो वांझे रह जाइए। समा है आप दियां कॉल्स दा। हेलो। हाँ जी, वाहिगुरू खालसा वाहिगुरू जी की फतेह। कौन बोल रहे जी? हाँ, प्यारा सिंह बोल रहा जी, मिसिसिपी तो। हाँ जी, हाँ जी, जी आया ना। दो बेनतियां करनी है। पहला गुरुद्वारा प्रबंध के बारे है। हाँ जी। गुरुद्वारा प्रबंध उत्ते समुचे सिख जगत दे विच पूरे संसार विच देख रेख लई जी एक समुचे सिख जगत दी 500 मैंबर दी श्रोमणी पंथ खालसा कमेटी बनाई जावे जी। श्रोमणी पंथ खालसा कमेटी या इस तो भी वधिया नाम चुन के एक सुप्रीम कमेटी बनाई जावे जी। उसका अपना दफ्तर होवे, अपना विधान होवे जी, जो हर एक गुरुद्वारा साहब की कमेटी उत्ते लागू होवे। हाँ जी। जो चुनाव करना, कमेटी का बदली करना, रखना नहीं रखना जो भी है वो उसकी देख रेख विच काम होवे, चुनाव का काम। जी जी जी। कोई मसला होवे उसका निर्णय उस कमेटी का मन्या जावे। जी 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 जी। लोकल कमेटियां उसके अंडर काम करन। हाँ जी, हाँ जी। हर एक देश विच ये जी सुप्रीम कमेटी है, इसके 5 मैंबर जिहड़े है वो अपनी सारी देख तुहाडे सुझाव बड़े अच्छे है। तुसी वेरवे सहित लिख के ना मेरा ख्याल है तुसी इनू सर्कुलेट करो पंथक संस्थावां नू, और ताकि वो इस नू गंभीरता नाल विचार कर सकन। ते बाकी एक गल मैं तुहानू दस्सां, बेनती है, ये मंग शुरू तो रही है जदों 1925 विच भी सारे विश्व का एक प्रबंध होए ताकि रहत मर्यादा की इकसारता हो सके, और बड़ी मुश्किल दे नाल श्रोमणी गुरुद्वारा प्रबंधक कमेटी बनी। पर उहदे चों फिर पहलां पाकिस्तान के गुरुद्वारे निकल गए, फिर होर निकल गए। हुण तां उहदे विच्चों हुण हरियाणे की भी कोशिश की जा रही है वो भी विच्चों कढ़ देण दी, बल्कि श्रोमणी कमेटी नूं तोड़न दियां जिहड़ियां गोंदां गुंदियां जा रही हैं। सारे विश्व की गल हो सके तो बहुत मुबारक है, और वाहिगुरू कृपा करे कदी ऐसा दिन आए। तुहाडा बहुत बहुत शुक्रिया जी। हाँ जी, हाँ जी। तुहाडा ना तुसी विस्तार सहित लिख के भेजो, तुहाडे विचार बड़े चंगे है पर वो विस्तार मंगते हैं। सानू इजाजत दो जे असी थोड़े जे कॉलर्स नूं होर लै लईए। एक मिनट, ये 2 बारी पहला शेरे पंजाब च मैं दित्तियां, लिख के छाप दित्तियां उन्होंने। हाँ जी। पूरे तुसी श्रोमणी शेरे पंजाब इथों लैके इंडिया तक। ठीक है जी। तुसी श्रोमणी कमेटी नूं बारे उन्होंने योजना दित्ती है, पूरे संसार नूं 5 जोन विच वंडो। मैं बेनती कर रहा, तुसी अपना विस्तार सहित उन्होंने जरूर भेज दिओ, तुहाडी गल जरूर उसनूं विचारनगे। बहुत बहुत धन्यवाद तुहाडा। हेलो। हाँ जी। वाहिगुरू जी की फतेह। कौन बोल रहे जी? मैं गुरमीत सिंह बोल रहा जी, लांबा साहब नाल गल बोल रहे हैं जी। मैं कित्थों बोल रहे हो जी? मैं इत्थों न्यूयॉर्क तो बोल रहा जी। हाँ जी, हुक्म करो वीर जी। अच्छा, बेनती है कि छेती नाल फोन कट्टण दी कोशिश ना करियो। तुसी शॉर्ट रखोगे ते फिर शॉर्ट रखांगे, लेकिन सच कहांगे। संक्षेप विच। हाँ जी, बोलो, कोई गल नहीं, तुसी बोलो की कहना चाहते हो। अच्छा, इस गुरु दे प्रबंध दे विच जिहड़ी है
ਜਿਹੜੀ ਗੁਰੂ ਦੀ ਕਸਮ ਖਾਣਾ ਉਹਦੀ ਕੀ ਅਹਿਮੀਅਤ ਰੱਖਦੇ ਹੋ ਤੁਸੀਂ, ਉਹਦਾ ਕੀ ਜਵਾਬ ਦੇਣਾ ਚਾਹੁੰਦੇ ਹੋ ਤੁਸੀਂ? ਗੁਰੂ ਦੀ ਕਸਮ ਖਾਣਾ, ਗੁਰੂ ਦਰਬਾਰ ਦੇ ਵਿੱਚ ਜਦੋਂ ਪ੍ਰਬੰਧ ਕਰਨਾ ਹੈ ਜੀ, ਤਾਂ ਅਸੀਂ ਪ੍ਰਬੰਧ ਕਰਨ ਲਈ ਉਸ ਤੋਂ ਪਹਿਲਾਂ ਗੁਰੂ ਮਹਾਰਾਜ ਦੇ ਹਾਜ਼ਰ ਨਾਜ਼ਰ ਹੋ ਕੇ ਕੋਈ ਕਸਮ ਲੈਂਦੇ ਆ ਜੀ, ਤਾਂ ਉਸ ਦਾ ਕੀ ਮਹੱਤਵ? ਦੇਖੋ, ਦੋ ਗੱਲਾਂ ਹੈਗੀਆਂ। ਮੇਰਾ ਆਪਣਾ ਨਿੱਜੀ ਵਿਚਾਰ ਹੈ, ਮੈਂ ਨਹੀਂ ਕਹਿ ਸਕਦਾ, ਮੈਂ ਅਥਾਰਟੀ ਨਹੀਂ ਹਾਂ, ਪਰ ਜੇ ਤਾਂ ਅਗਰ ਇਸ ਭਾਵਨਾ ਨਾਲ ਹੈ, ਹੇ ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਹਿੰਮਤ ਬਖਸ਼ ਕਿ ਮੈਂ ਇਸ ਮਾਰਗ ਦੇ ਉੱਤੇ ਤੁਰ ਸਕਾਂ, ਇਹ ਮੈਂ ਤੇਰੇ ਨਾਲ ਅੱਜ ਇਕਰਾਰ ਕਰਦਾ, ਇਹ ਫਿਰ ਗੁਰੂ ਦੀ ਕਸਮ ਨਹੀਂ ਹੈ ਬਲਕਿ ਇੱਕ ਜੋਦੜੀ ਹੈ, ਇੱਕ ਬੇਨਤੀ ਹੈ। ਮੈਂ ਮੰਨਦਾ, ਪਰ ਅਸੀਂ ਜਦੋਂ ਇਹ ਲੈ ਲੈਂਦੇ ਆ ਫਿਰ ਵੀ ਅਸੀਂ ਗਲਤ ਕੰਮ ਕਰਦੇ ਆ। ਦੇਖੋ, ਉਹ ਫਿਰ ਜਿਹੜਾ ਦੇਣਦਾਰ ਹੈ ਗੁਰੂ ਦਾ, ਇਹਦੇ ਤੇ ਖੈਰ ਕੋਈ ਗੱਲ ਹੀ ਕੋਈ ਨਹੀਂ ਗੀ। ਅਗਰ ਇਹ ਅਸੀਂ ਉਹਦੀ ਹਮਾਇਤ ਕਰਦੇ ਆ ਜੀ, ਉਹ ਦੇਣਦਾਰ ਹੈ ਜੀ, ਇੱਥੇ ਬੈਠੇ ਟੀਵੀ ਤੇ ਵੀ ਉਹਦੀ ਹਮਾਇਤ ਕਰਦੇ ਆ, ਫਿਰ ਦੇਣਦਾਰ ਕੌਣ ਹੈ? ਕੌਣ ਹਮਾਇਤ ਕਰਦਾ ਹੈ? ਕਿਸੇ ਦੀ ਅੱਜ ਤੱਕ ਇਸ ਟੀਵੀ ਪ੍ਰੋਗਰਾਮ ਤੋਂ ਕਦੀ ਕਿਸੇ ਦੀ ਨਾ ਹਮਾਇਤ, ਪਤਾ ਹੁੰਦੇ ਹੋਏ ਵੀ ਕੀ ਗਲਤ ਹੈ ਕੀ ਠੀਕ ਹੈ, ਫਿਰ ਵੀ ਤੁਸੀਂ ਹਮਾਇਤ ਕਰਦੇ ਹੋ। ਤੁਸੀਂ ਬੇਨਤੀ ਹੈ ਗੋਲ ਮੋਲ ਨਾ ਕਰੋ, ਤੁਸੀਂ ਸਿੱਧੀ ਗੱਲ ਜਿਹੜੀ ਹੈਗੀ ਨਾ ਸਪਸ਼ਟ ਸਾਨੂੰ ਜ਼ਰੂਰ ਕਰੋ, ਸਾਨੂੰ ਉਹਦੇ ਤੇ ਕੋਈ ਇਤਰਾਜ਼ ਨਹੀਂ। ਹਾਂਜੀ, ਬਹੁਤ ਬਹੁਤ ਧੰਨਵਾਦ। ਹੈਲੋ ਲਾਂਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਤਰਲੋਕ ਸਿੰਘ ਸਾਂਸਰਾ ਬੋਲ ਰਿਹਾ। ਹਾਂਜੀ ਸਾਂਸਰਾ ਸਾਹਿਬ ਜੀ, ਆਇਆਂ ਨੂੰ। ਕੀ ਹਾਲ ਹੈ? ਕਿ ਤੁਸੀਂ ਉੱਥੇ ਆਓ ਸਟੂਡੀਓ 'ਚ ਤੇ ਬੈਠ ਕੇ ਗੱਲ ਕਰਾਂਗੇ। ਹਾਂਜੀ ਹਾਂਜੀ, ਤੇ ਅੱਜ ਮੇਰੀ ਲਾਈਨ ਮਿਲ ਗਈ ਆ ਤੇ ਮੈਨੂੰ ਪਤਾ ਕਿ ਤੁਸੀਂ ਮੈਨੂੰ 2 ਮਿੰਟ ਦੇ ਹੀ ਦਿਓਗੇ। ਠੀਕ ਹੈ, 1.5 ਮਿੰਟ ਦਿਆਂਗੇ ਕਿ ਮੈਂ ਹੁਣ ਗੱਲ ਕਰ ਰਿਹਾ ਕਿਉਂਕਿ 1.5 ਮਿੰਟ। ਹਾਂਜੀ, 10 ਮਿੰਟ ਦੇ ਵਿੱਚ ਤਾਂ ਗੱਲ ਖਤਮ ਨਹੀਂ ਹੁੰਦੀ। ਜੀ ਜੀ, ਹੁਕਮ ਕਰੋ। ਪਹਿਲੀ ਗੱਲ ਤਾਂ ਇਹ ਹੈ ਕਿ ਜੋ ਤੁਸੀਂ ਹੁਕਮਨਾਮੇ ਦੱਸਦੇ ਹੋ ਸਾਨੂੰ ਕਾਫੀ ਨੌਲੇਜ ਆ ਰਹੀ ਹੈ ਜੀ। ਜਿਹੜੀਆਂ ਗੱਲਾਂ ਦਾ ਮੈਨੂੰ ਨਹੀਂ ਸੀ ਪਤਾ ਸਾਰੀ ਉਮਰ, ਉਹ ਹੁਣ ਪਤਾ ਲੱਗ ਗਈਆਂ ਨੇ ਜੀ। ਲੇਕਿਨ ਦੂਸਰੇ ਪਾਸੇ ਇਹ ਹੈ ਕਿ ਅਗਰ ਅਸੀਂ ਇਸੇ ਅਸੂਲ ਦੇ ਮੁਤਾਬਕ ਚੱਲਣਾ ਹੈ ਕਿ ਸਿਰਫ ਅੰਮ੍ਰਿਤਧਾਰੀ ਸਿੱਖ ਜਿਹੜੇ ਨੇ ਜੀ, ਉਹ ਚਾਹੇ ਝੂਠੇ ਹੋਣ, ਚਾਹੇ ਪਖੰਡੀ ਹੋਣ, ਚਾਹੇ ਕੁਝ ਵੀ ਹੋਣ, ਉਹੀਓ ਸਿਰਫ ਗੁਰਦੁਆਰੇ ਨੂੰ ਚਲਾ ਸਕਦੇ ਆ ਜੀ, then we are on a wrong track। ਜੀ ਜੀ। ਔਰ ਅਗਰ ਤੁਸੀਂ ਮੇਰੀ ਗੁਸਤਾਖੀ ਮਾਫ ਕਰੋ, ਜੇ ਅਸੀਂ ਗੁਰਦੁਆਰੇ ਇੱਥੇ ਅਮਰੀਕਾ 'ਚ, ਮੈਂ ਫਿਲੀਪੀਨ 'ਚ ਗਿਆ, ਕੈਨੇਡਾ 'ਚ ਗਿਆ, ਈਵਨ ਅਮਰੀਕਾ ਦੇ ਜਿਹੜੇ ਗੁਰਦੁਆਰੇ ਨੇ ਜਿਹੜੇ ਵੀ ਚਾਲੂ ਹੋਏ ਆ, ਪਹਿਲੇ ਵੈਨਕੂਵਰ ਦਾ ਗੁਰਦੁਆਰਾ ਜਿਹੜਾ ਚਾਲੂ ਹੋਇਆ, ਜੀ ਜੀ, ਤੁਹਾਨੂੰ ਪਤਾ ਉਹ ਕੋਈ ਅੰਮ੍ਰਿਤਧਾਰੀ ਸਿੱਖ ਸੀਗੇ ਜਿਹਨਾਂ ਨੇ ਚਾਲੂ ਕੀਤਾ ਸੀ। ਠੀਕ, ਮੈਂ ਇਹਦਾ ਤੁਹਾਨੂੰ ਸਿਰਫ ਇੱਕੋ ਹੀ ਗੱਲ ਕਹਿ ਸਕਦਾ ਕਿ ਤੁਹਾਨੂੰ ਰਿਆਇਤ ਮੈਂ ਨਹੀਂ ਦੇ ਸਕਦਾ, ਮੈਂ ਤਾਂ ਸਿਰਫ ਆਪਣੇ ਹੁਕਮਨਾਮੇ ਪੰਥ ਦੇ ਮਤੇ ਪੇਸ਼ ਕਰ ਰਿਹਾ, ਬਾਕੀ ਫੈਸਲਾ ਤੁਸੀਂ ਕਰਨਾ, ਸੰਗਤ ਨੇ ਕਰਨਾ, ਪੰਥ ਨੇ ਕਰਨਾ। ਮੈਂ ਤਾਂ ਉਹ ਦੱਸ ਰਿਹਾ ਜਿਹੜੀ ਫਿਰ ਅਰਦਾਸ ਦੇ ਵਿੱਚੋਂ ਵੀ ਸਾਨੂੰ ਕੱਟਣੀਆਂ ਪੈਣਗੀਆਂ ਲਾਈਨਾਂ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਮਿਲੇ। ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ, ਤੁਸੀਂ ਟੀਵੀ ਦੀ ਆਵਾਜ਼ ਘੱਟ ਕਰਕੇ ਗੱਲ ਕਰੋ। ਹਾਂਜੀ, ਕੌਣ ਬੋਲ ਰਹੇ ਜੀ? ਹੈਲੋ, ਹਾਂਜੀ, ਟੀਵੀ ਦੀ ਆਵਾਜ਼ ਬੰਦ ਕਰ ਦਿਓ ਤੁਸੀਂ। ਹੈਲੋ ਜੀ, ਰਵੀ ਕੁਮਾਰ ਜੀ ਮੈਂ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੁਸੀਂ ਰਵੀ ਕੁਮਾਰ ਜੀ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰ ਦਿਓ, ਨਹੀਂ ਤੇ ਸਾਨੂੰ ਅਗਲੇ ਪਾਸੇ ਜਾਣਾ ਪਏਗਾ। ਅੱਛਾ ਜੀ, ਬੰਦ ਹੋ ਗਈ ਜੀ, ਤੇ ਇਸ ਕਰਕੇ ਫਿਰ ਪਤਾ ਨਹੀਂ ਲੱਗਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਅਸੀਂ ਤੁਹਾਨੂੰ ਵੈਸੇ ਹੀ ਫੋਨ ਕੀਤਾ ਜੀ, ਤੁਹਾਡੇ ਟੀਵੀ ਤੇ ਪ੍ਰੋਗਰਾਮ ਕਰਦਿਆਂ ਨੂੰ ਅਸੀਂ ਕਿਹਾ ਸਤਿ ਸ਼੍ਰੀ ਅਕਾਲ ਬੁਲਾ ਦਈਏ ਜੀ। ਚਲੋ, ਤੁਹਾਡੀ ਸਤਿ ਸ਼੍ਰੀ ਅਕਾਲ ਪ੍ਰਵਾਨ, ਕਾਪੀ ਟੂ ਆਲ। ਬਹੁਤ ਬਹੁਤ ਧੰਨਵਾਦ। ਸਮਾਂ ਹੈ ਇੱਕ ਬ੍ਰੇਕ ਦਾ, ਉਹਦੇ ਬਾਅਦ ਮੁੜ ਹਾਜ਼ਰ ਹੁੰਨੇ ਆ। ਬਹੁਤ ਬਹੁਤ ਧੰਨਵਾਦ। ਹਾਂਜੀ, ਇੱਕ ਬ੍ਰੇਕ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਮਤੇ, ਗੁਰਮਤੇ ਅਤੇ ਹੁਕਮਨਾਮੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਵਕਫੇ ਦੇ ਬਾਅਦ ਅਸੀਂ ਗੱਲ ਕਰ ਰਹੇ ਸੀ ਪੰਥ ਦੇ ਉਹਨਾਂ ਮਤਿਆਂ ਦੀ, ਉਹਨਾਂ ਗੁਰਮਤਿਆਂ ਦੀ ਜਿਹੜੇ ਪੰਥ ਨੇ ਬਤੌਰੇ ਗੁਰੂ ਪੰਥ ਦੇ ਪਾਸ ਕੀਤੇ ਹਨ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਪ੍ਰਾਪਤ ਹੋਏ। ਜਿਹੜੀ ਗੱਲ ਕੀਤੀ ਗਈ ਹੈ ਕਿ ਜੇਕਰ ਕੋਈ ਅਗਰ ਅੰਮ੍ਰਿਤਧਾਰੀ ਹੋ ਕੇ ਅਗਰ ਗਲਤ ਕੰਮ ਕਰਦਾ ਹੈ, ਅਗਰ ਪਖੰਡ ਕਰਦਾ ਹੈ, ਤਾਂ ਉਸ ਦੇ ਬਾਰੇ ਗੁਰੂ ਸਾਹਿਬ ਦਾ ਆਦੇਸ਼ ਬਹੁਤ ਸਪਸ਼ਟ ਹੈ। ਉਹ ਭੇਖੀ ਹੈ, ਉਹ ਇਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਕਿਸੇ ਖੋਤੇ ਦੇ ਸਿਰ ਦੇ ਉੱਤੇ ਫੁੱਲਾਂ ਦੀ ਮਾਲਾ ਹੈ। ਜੋ ਕਾਹੂ ਨੇ ਗਦਾ ਨਵਾਇਓ, ਫੂਲ ਮਾਲ ਤੇ ਮੂੰਡ ਦਰਾਇਓ। ਜੇਕਰ ਸਾਨੂੰ ਪਤਾ ਲੱਗ ਗਿਆ ਹੈ, ਅਸੀਂ ਉਸ ਦਾ ਹਵਾਲਾ ਕਿਉਂ ਦਿੰਦੇ ਹਾਂ? ਉਸ ਭੇਖੀ ਦਾ, ਉਸ ਬੇਈਮਾਨ ਦਾ ਹਵਾਲਾ ਕਿਉਂ ਦਿੰਦੇ ਹਾਂ? ਅਸੀਂ ਕਿਉਂ ਨਹੀਂ ਬਾਬਾ ਦੀਪ ਸਿੰਘ ਦਾ, ਬਾਬਾ ਗੁਰਬਖਸ਼ ਸਿੰਘ ਦਾ, ਅਕਾਲੀ ਫੂਲਾ ਸਿੰਘ ਦਾ, ਸਾਹਿਬਜ਼ਾਦਿਆਂ ਦਾ ਹਵਾਲਾ ਕਿਉਂ ਨਹੀਂ ਦਿੰਦੇ? ਅਸੀਂ ਤਾਂ ਇਸ ਕਰਕੇ ਤਾਂ ਨਹੀਂ ਦਿੰਦੇ ਕਿ ਸਾਨੂੰ
ਉਸ ਰਾਸ ਨਹੀਂ ਆਉਂਦਾ। ਤੁਹਾਡੇ ਵਿਚਾਰ ਸਾਡੇ ਲਈ ਬਹੁਤ ਕੀਮਤੀ ਹਨ। ਅਸੀਂ ਤੁਹਾਡੇ ਵਿਚਾਰ ਜ਼ਰੂਰ ਜਾਣਨਾ ਚਾਹੁੰਦੇ ਹਾਂ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਹੇ ਜੀ? ਮੈਂ ਬਲਵੀਰ ਸਿੰਘ ਬੋਲਦਾ ਜੀ। ਕਿੱਥੋਂ ਵੀਰ ਜੀ? ਇਹ ਨਿਊਯਾਰਕ ਤੋਂ ਜੀ। ਹਾਂਜੀ, ਹੁਕਮ ਕਰੋ ਬਲਬੀਰ ਸਿੰਘ ਜੀ। ਅਸੀਂ ਜੀ ਆ ਥੋੜਾ ਦੱਸਣਾ ਸੀ ਆਪਣਾ ਜੀ। ਮੈਂ ਜੀ ਇਹ ਕੀ ਨਾ ਆਪਣਾ ਇਹ ਨਾ ਆਪਣਾ ਜਿਹੜਾ ਗੁਰਦੁਆਰੇ ਦੇ ਵਿੱਚ ਝਗੜਾ ਹੁੰਦਾ, ਇਹ ਸਾਨੂੰ ਤਾਂ ਜੀ ਚੰਗਾ ਨਹੀਂ ਲੱਗਾ ਇਸ ਗੱਲ ਦਾ। ਤਾਂ ਜੀ ਜੀ ਹਾਂਜੀ, ਕਿਸੇ ਨੂੰ ਵੀ ਨਹੀਂ ਚੰਗਾ ਲੱਗੇਗਾ ਵੀਰ ਜੀ। ਜਿਹੜਾ ਵੀ ਸਿੱਖ ਹੋਏਗਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਇਹ ਅਸੀਂ ਗੋਰਿਆਂ ਨਾਲ ਕੰਮ ਕਰਦੇ ਹਾਂ, ਉਹ ਵੀ ਦੇਖ ਕੇ ਕਹਿੰਦੇ ਆ ਵੀ ਇਹ ਬਹੁਤ ਮਾੜਾ ਕੰਮ ਆ ਜੀ। ਜੀ ਤੁਸੀਂ ਟੀਵੀ ਦੀ ਆਵਾਜ਼ ਨਹੀਂ ਬੰਦ ਕੀਤੀ, ਸਾਨੂੰ ਟੈਲੀਫੋਨ ਕੱਟਣਾ ਪੈਣਾ। ਹੈਲੋ ਹੈਲੋ ਹੈਲੋ। ਹਾਂਜੀ, ਟੀਵੀ ਦੀ ਆਵਾਜ਼ ਘੱਟ ਕਰਕੇ ਗੱਲ ਕਰੋ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਾਹਿਬ ਕੀ ਹਾਲ ਹੈ? ਹੁਸੈਨ ਸਾਹਿਬ ਠੀਕ ਹੈ ਜੀ। ਹਾਂਜੀ ਇੱਕ ਦਿਨ ਸਾਨੂੰ ਦੱਸੋ ਗੁਰੂ ਪੰਥ ਵਿੱਚ ਨਿਸ਼ਾਨ ਸਾਹਿਬ ਦੀ ਕੀ ਮੰਨਤਾ ਹੈ? ਜੀ ਜ਼ਰੂਰ ਕਰਾਂਗੇ ਜੀ। ਇਸ ਤੇ ਲਿਆਓ ਸਾਨੂੰ ਜਿਹੜਾ ਇਸ ਤੇ ਚਾਨਣਾ ਪਾਓ ਕਿ ਜਿਸ ਕਰਕੇ ਸੰਗਤ ਨੂੰ ਇਹ ਪਤਾ ਲੱਗੇ ਕਿ ਨਿਸ਼ਾਨ ਸਾਹਿਬ ਦੀ ਕੀ ਮੰਨਤਾ ਹੈ। ਠੀਕ ਹੈ ਜੀ। ਕਿਸ ਤਰ੍ਹਾਂ ਇਸਤੇਮਾਲ ਕਰ ਰਹੇ ਹਾਂ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ, ਜ਼ਰੂਰ ਕਰਾਂਗੇ। ਅਸੀਂ ਨਿਸ਼ਾਨ ਸਾਹਿਬ ਦੇ ਉੱਤੇ ਬਿਲਕੁਲ ਇੱਕ ਵੱਖਰਾ ਕਰਾਂਗੇ। ਨਿਸ਼ਾਨ ਸਾਹਿਬ ਦੀ ਸ਼ਾਨ ਹੈ ਕਹਿੰਦੀ, ਸਿੰਘਾਂ ਦੀ ਕਿਰਪਾਨ ਹੈ ਕਹਿੰਦੀ, ਸੰਗਤ ਕਰਕੇ ਮਾਣ ਹੈ ਕਹਿੰਦੀ, ਜੋ ਬੋਲੇ ਸੋ ਹੋਵੇ ਨਿਹਾਲ, ਪੰਥ ਦਾ ਰਾਖਾ ਪੁਰਖ ਅਕਾਲ, ਸਿੱਖ ਦੀ ਹਸਤੀ ਪੰਥ ਦੇ ਨਾਲ, ਪੰਥ ਜੀਵੇ ਗੁਰੂ ਗ੍ਰੰਥ ਦੇ ਨਾਲ, ਜੋ ਬੋਲੇ ਸੋ ਹੋਵੇ ਨਿਹਾਲ। ਅਸੀਂ ਜ਼ਰੂਰ ਕਰਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਹੈਲੋ ਹੈਲੋ। ਹਾਂਜੀ ਹਾਂਜੀ, ਵਾਹਿਗੁਰੂ ਖਾਲਸਾ ਫਤਿਹ ਜੀ। ਫਤਿਹ। ਕੌਣ ਬੋਲ ਰਹੇ ਹੋ ਜੀ? ਮੈਂ ਜੀ ਸਮੀਪ ਸਿੰਘ ਬੋਲ ਰਿਹਾ ਡੇਟਨ। ਹਾਂਜੀ ਸਮੀਪ ਸਿੰਘ ਜੀ, ਕੀ ਹਾਲ ਹੈ ਤੁਹਾਡਾ? ਹਾਂਜੀ, ਠੀਕ ਠਾਕ। ਹਾਂਜੀ, ਹੁਕਮ ਕਰੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਬੜੀ ਵਧੀਆ ਇਨਫੋਰਮੇਸ਼ਨ ਦਿੱਤੀ ਹੈ। ਆਈ ਵਾਚ ਮੈਂ ਤੁਹਾਡਾ ਸਪੈਸ਼ਲੀ ਪ੍ਰੋਗਰਾਮ ਮੰਗਲਵਾਰ ਦੇਖੀਦਾ ਹੈ ਕਿ ਜਿਹੜਾ ਸਪੈਸ਼ਲੀ ਤੁਸੀਂ ਨੌਲੇਜ ਵਗੈਰਾ ਲਰਨ ਕਰਨ ਲਈ ਜੀ। ਸੈਕਿੰਡ ਥਿੰਗ, ਕਾਫੀ ਤੁਹਾਡੇ ਕਾਲ ਵੀ ਆਉਂਦੀਆਂ ਮੇਰੀ, ਕਾਫੀ ਲੋਕਾਂ ਨੂੰ ਬੇਨਤੀ ਹੈ ਕਿ ਤੁਸੀਂ ਜਿਸ ਤਰ੍ਹਾਂ ਰੈਫਰੈਂਸ ਦਿੱਤੀ ਹੈ ਕਿ ਹੁਕਮਨਾਮੇ ਇਸ ਤਰ੍ਹਾਂ ਲਿਖੇ ਗਏ ਨੇ, ਤੁਸੀਂ ਕਿਸੇ ਨੂੰ ਕਹਿ ਨਹੀਂ ਰਹੇ ਕਿ ਹਾਂ ਅੰਮ੍ਰਿਤਧਾਰੀ ਹੋਣੇ ਚਾਹੀਦੇ, ਕਿਸੇ ਦੇ ਫੋਰਸ ਨਹੀਂ ਕਰ ਰਹੇ ਕੋਈ ਪਾਲਿਸੀ। ਮੈਂ ਇਨਡਾਇਰੈਕਟਲੀ ਕਹਿ ਰਿਹਾ। ਹਾਂਜੀ, ਤੇ ਤੁਸੀਂ ਤੇ ਰੈਫਰ ਦੇ ਰਹੇ ਜੇ, ਤੇ ਜੇ ਕੋਈ ਫੋਲੋ ਨਹੀਂ ਕਰ ਰਿਹਾ ਕਿਸ ਤਰ੍ਹਾਂ ਹੋ ਰਿਹਾ। ਤੇ ਆਈ ਥਿੰਕ ਐਵਰੀਬਾਡੀ ਸ਼ੁੱਡ, ਸਾਰਿਆਂ ਨੂੰ ਚਾਹੀਦਾ ਕਿ ਤੁਹਾਡੇ ਜਿਹੜੇ ਇਹ ਸੁਜੈਸ਼ਨ ਜਿਹੜੇ ਤੁਸੀਂ ਪੁਰਾਣੀ ਹਿਸਟਰੀ ਦੱਸ ਰਹੇ ਜੇ, ਲੋਕ ਕਾਫੀ ਲੱਗਦਾ ਵਿਊਅਰਸ ਇਹ ਲੈ ਲੈਂਦੇ ਨੇ ਕਿ ਤੁਸੀਂ ਕਹਿ ਰਹੇ ਇਸ ਤਰ੍ਹਾਂ ਹੋਣਾ ਚਾਹੀਦਾ ਹੋਣਾ ਚਾਹੀਦਾ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਸੈਕਿੰਡ ਥਿੰਗ, ਹੋਪਫੁਲੀ ਫਿਊਚਰ ਵਿੱਚ ਥੋੜੀ ਰੈਵੋਲੂਸ਼ਨ ਜਾਂ ਜਿਸ ਤਰ੍ਹਾਂ ਆਏਗੇ ਰਿਫਾਰਮ ਦੇ ਸਾਰੇ ਜਿਹੜੇ ਅੰਮ੍ਰਿਤਧਾਰੀ ਸਿੰਘ ਜਾਂ ਕਿਸ ਤਰ੍ਹਾਂ ਵੀ ਹੈ ਸਾਰੇ ਜਾਣੇ ਗੁਰਦੁਆਰੇ ਦੀ ਸੇਵਾ ਸੰਭਾਲ ਦਾ ਦਾਨ ਕਰਨਗੇ। ਠੀਕ ਹੈ ਜੀ, ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਬਹੁਤ ਬਹੁਤ ਸਮੀਪ ਸਿੰਘ ਜੀ। ਹੈਲੋ ਹੈਲੋ ਹਾਂਜੀ ਹੈਲੋ। ਲਾਂਬਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਜੀ? ਮੈਂ ਪਾਲ ਬੋਲ ਰਿਹਾ ਜੀ, ਵਰਜੀਨੀਆ ਤੋਂ। ਹਾਂਜੀ ਪਾਲ ਜੀ, ਹੁਕਮ ਕਰੋ। ਕੀ ਗੱਲ ਤਾਂ ਜੀ, ਮੈਂ ਸੌਰੀ ਮੰਗੂਗਾ ਜੇ ਕੋਈ ਮੇਰੇ ਕੋਲੋਂ ਗਲਤ ਅਲਫਾਜ਼ ਨਿਕਲ ਜੇ। ਤੁਸੀਂ ਪਹਿਲਾਂ ਸੋਚ ਕੇ ਕੁਝ ਕਹਿ ਰਹੇ ਹੋ, ਖਾਸ ਗੱਲ ਕਹਿਣ ਲੱਗੇ ਹੋ? ਹਾਂਜੀ, ਮੈਂ ਬੜੀ ਦੇਰ ਤੋਂ ਸੁਣ ਰਿਹਾ, ਮੈਂ ਹੋਲਡ ਤੇ ਸੀਗਾ। ਹਾਂਜੀ, ਹੁਕਮ ਕਰੋ ਤੁਸੀਂ। ਤੇ ਮੈਂ ਬੇਨਤੀ ਇਹ ਕਰਨੀ ਆ ਕਿ ਮੇਰਾ ਸਵਾਲ ਇਹ ਆ ਕਿ ਹੁਣ ਮੈਨੂੰ ਇਹ ਦੱਸੋ ਕਿ ਜਿਹੜੇ ਹੁਣ ਆਪਣੇ ਪੰਜਾਬ 'ਚ, ਮੈਂ ਇੱਥੇ ਦੀ ਨਹੀਂ ਗੱਲ ਕਰ ਰਿਹਾ, ਅੱਛਾ, ਕਿ ਜਿਹੜੇ ਹੁਣ ਗੁਰਦੁਆਰਿਆਂ ਦਾ ਹੋਲਡ ਆ ਜਾਂ ਜਿਹੜੇ ਉੱਥੇ ਗ੍ਰੰਥੀ ਸਾਹਿਬ ਨੇ ਜਾਂ ਪ੍ਰਬੰਧਕ ਨੇ, ਉਹ ਜਿਹੜੇ ਮਸਾਂਦੇ ਤੇ ਉਹ ਗੁਰਸਿੱਖ ਨੇ। ਹਾਂ, ਕੀ ਹੈਗੇ ਆ ਦੱਸੋ। ਮਸਾਂਦ ਨੇ ਤੇ ਸਿੱਖ ਨੇ। ਦੇਖੋ ਇਸ ਤਰ੍ਹਾਂ ਹੈਗਾ, ਮੈਂ ਬਹੁਤ ਸਪਸ਼ਟ ਤੌਰ ਦੇ ਉੱਤੇ ਕਹਾਂ, ਬਹੁਤ ਜ਼ਿਆਦਾ ਗੁਰਮੁਖ ਜੀਵਨ ਵਾਲੇ ਹੈਗੇ ਹੈ, ਬਹੁਤ ਜ਼ਿਆਦਾ ਜਿਨ੍ਹਾਂ ਦਾ ਜੀਵਨ ਦਾ ਪ੍ਰਭਾਵ ਹੈ ਔਰ ਜਿਨ੍ਹਾਂ ਦਾ ਅਸਰ ਵੀ ਹੈ। ਬਾਕੀ ਅਸੀਂ ਜਨਰਲਾਈਜ਼ ਕਦੀ ਵੀ ਸਟੇਟਮੈਂਟ ਨਹੀਂ ਦੇ ਸਕਦੇ ਹੁੰਦੇ ਕਿ ਜੀ ਸਾਰੇ ਚੋਰ ਹੈ, ਸਾਰੇ ਬੇਈਮਾਨ ਹੈ, ਸਾਰੇ ਹੀ ਪੋਲੀਟੀਸ਼ੀਅਨ ਚੋਰ ਹੁੰਦੇ ਹੈ। ਕਦੀ ਵੀ ਜਨਰਲਾਈਜੇਸ਼ਨ ਨਹੀਂ ਹੁੰਦੀ। ਹਾਂ, ਜੇ ਕੋਈ ਵਿਸ਼ੇਸ਼ ਤੌਰ ਤੇ ਅਗਰ ਕਿਸੇ ਬਾਰੇ ਹੈ, ਫਿਰ ਉਹ ਹਵਾਲਾ ਦੇ ਕੇ ਉਹਨੂੰ ਲੁਕਾਉਣਾ ਵੀ ਨਹੀਂ ਚਾਹੀਦਾ, ਉਹਦਾ ਨਾਂ ਲੈ ਕੇ ਉਹਦੇ ਬਾਰੇ ਗੱਲ ਕਰਕੇ, ਮਗਰ ਸਬੂਤ ਦੇ ਨਾਲ ਗੱਲ ਕਰਨੀ ਚਾਹੀਦੀ ਹੈ, ਉਹਦੇ 'ਚ ਕੋਈ ਹਰਜ ਨਹੀਂ ਹੁੰਦਾ, ਪਰ ਜਨਰਲਾਈਜ਼ ਨਹੀਂ ਕਰਨੀ ਚਾਹੀਦੀ ਜੀ। ਕਿਉਂਕਿ ਮੇਰੇ ਨਾਲ ਸੈਕੰਡ ਟਾਈਮ ਹੈਪਨ ਹੋਇਆ ਕਿ ਮੈਂ ਅੱਜ ਤੋਂ 5-7 ਸਾਲ ਪਹਿਲਾਂ ਇੰਡੀਆ ਗਿਆ ਸੀ, ਉਦੋਂ ਹਰਮੰਦਰ ਸਾਹਿਬ ਮੈਂ ਗਿਆ ਸੀ।
हाँ जी। ਹੁਣ ਵੀ ਮੈਂ ਹਰਮੰਦਰ ਸਾਹਿਬ ਵੀ ਗਿਆ, ਤਰਨਤਾਰਨ ਗਿਆ, ਸੁਲਤਾਨਪੁਰ ਗਿਆ, ਬੇਰ ਸਾਹਿਬ ਗੁਰਦੁਆਰਾ ਜੀ। ਮੇਰੇ ਫਰੈਂਡ ਵੀ ਨਿਊ ਆਪਣੇ ਜਰਮਨ ਤੋਂ ਗਏ ਹੋਏ ਸੀਗੇ ਜੀ ਜੀ। ਅਸੀਂ ਇਕੱਠੇ ਜਾਂਦੇ ਜਦੋਂ ਵੀ ਜਾਂਦੇ। हाँ जी हाँ ਤੇ जी। ਬੇਰ ਸਾਹਿਬ ਗੁਰਦੁਆਰੇ ਮੇਰੇ ਨਾਲ ਹੈਪਨ ਇਹ ਹੋਇਆ ਕਿ ਅਸੀਂ ਉੱਥੇ ਬੇਨਤੀ ਕੀਤੀ ਸਿੰਘ ਸਾਹਿਬ ਨੂੰ ਕਿ ਸਾਨੂੰ ਸਰੋਪਾ ਦਿੱਤਾ ਜਾਵੇ। अच्छा। ਤੇ ਉਹਨਾਂ ਨੇ ਕਿਹਾ ਜੀ ਵੀ ਅਸੀਂ ਉਹਨਾਂ ਨੂੰ ਦਿੰਨੇ ਆ ਕਿ ਜਿਹੜੇ ਪੈਸੇ ਚੜਾਉਂਦੇ ਨੇ, ਜਿਹੜੇ ਕਿ ਉੱਥੇ ਮਾਇਆ ਦਾਨ ਕਰਦੇ ਨੇ। अच्छा। ਤੇ ਅਸੀਂ ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਗੁੱਲ ਕੀ ਪਾਇਆ। हाँ जी। ਕਿਉਂਕਿ ਜਿਹੜਾ ਬੰਦਾ ਜੇ ਯੂਐਸ ਤੋਂ ਜਾਂਦਾ ਜਾਂ ਜਰਮਨ ਤੋਂ ਜਾਂਦਾ ਉਹਨੇ ਇੰਡੀਆ ਦੇ ਤੇ ਪੈਸੇ ਚੜਾਣੇ ਨਹੀਂ, ਜਾਂ 50 ਰੁਪਏ ਜਾਂ 10 ਰੁਪਏ ਤੇ ਚੜਾਣੇ ਨਹੀਂ। देखो ये बड़ी ਮੈਨੂੰ ਕੁਐਸਚਨ ਕੀਤਾ ਕਿ ਜਿਹੜਾ ਬੰਦਾ ਜ਼ਿਆਦੇ ਪੈਸੇ ਗੋਲ ਚੜਾਏਗਾ ਅਸੀਂ ਉਹਨੂੰ ਦਿੰਨੇ ਆ। नहीं ये तुसी सही नहीं कह रहे। ज़्यादा पैसे की गल नहीं, ਸਰੋਪੇ ਦੀ ਨੈਚੁਰਲੀ ਜਿਹੜਾ ਆਮ ਤੌਰ ਦੇ ਉੱਤੇ ਹੈਗਾ ਕਿ ਉਹਦੇ ਵਿੱਚ ਇੱਕ ਮਾਇਆ ਹਰ ਗੁਰਦੁਆਰੇ ਵਿੱਚ ਮੁਕਰਰ ਹੈ ਕਿ ਉਨੇ ਪੈਸੇ ਦੇਗਾ ਤੇ ਉਹਨੂੰ ਉਹ ਸਰੋਪਾ ਵੈਸੇ ਦਿੰਦੇ ਹੈ, ਨਹੀਂ ਤਾਂ ਪ੍ਰਸ਼ਾਦ ਤਾਂ ਹਰ ਇੱਕ ਨੂੰ ਮਿਲਦਾ ਹੈ। ਸੋ ਇਸ ਕਰਕੇ ਇਹਦੇ ਤੇ ਕੋਈ ਗਿਲਾ ਕਰਨ ਵਾਲੀ ਗੱਲ ਨਹੀਂ। ਜੇ ਤੁਸੀਂ ਚਾਹੁੰਦੇ ਹੋ ਇਹ ਨਿਯਮ ਵਿੱਚ ਤਬਦੀਲੀ ਹੋਏ ਤਾਂ ਤੁਸੀਂ ਸੁਜੈਸ਼ਨ ਭੇਜੋ ਕਿ ਜਿਹੜੀ ਵੀ ਸੰਗਤ ਆਏਗੀ ਹਰ ਕਿਸੇ ਨੂੰ ਸਰੋਪਾ ਦਿੱਤਾ ਜਾਏ, ਹਰ ਕਿਸੇ ਨੂੰ ਹੋਏ। ਇਹ ਫਿਰ ਕੀ ਇਹ ਵੀ ਸੰਭਵ ਹੈ? ਇਸ ਕਰਕੇ ਇਹਦੇ ਤੇ ਇਤਰਾਜ਼ ਨਹੀਂ ਕਰਨਾ ਚਾਹੀਦਾ। ਬਹੁਤ ਬਹੁਤ ਧੰਨਵਾਦ। हेलो। हाँ जी। हाँ जी। मैं गल करनी सी। बोलो जी, तुसी लाइन ते हो, हुक्म करो। कौन बोल रहे? हाँ जी, सत श्री अकाल जी। मैं सिंह मंजर बोल रही। कित्थों जी? ओरिजिनल तो। हाँ जी, हुक्म करो। तो गल तो उन्होंने हो नहीं रही। हो रही है जी, मैं बिल्कुल गुरचरणजीत सिंह लांबा हाजिर हाँ जी, बिल्कुल सामने बैठा। हुक्म करो। मैं यही कहना सी भी मैं भी गुरसिख परिवार दे विच पैदा होया। हाँ जी। पर मेरे च भी कमजोरी आ, मेरे भी दाढ़ी केस कट्टे हुए ने। हाँ जी। ते इसे तरह ही होर अपने बड़े भरा ने, पीर ने जी, यही सवाल उठाउंदे ने जिन्हां कोले मेरे वांगू कमजोर ने हो। हाँ जी। पर वो कहते हैं जी सिक्खी अंदर चाहिदी है, सिक्खी बाहर नहीं, बाहर तो लोड़ ही नहीं। हाँ जी। पर मैं उन्हां नाल इस गल्लों सहमत नहीं हुंदा। ठीक है, चंगी गल है। आपदी कमजोरी लुकाउण दे मारे हाँ जी हाँ जी इस चीज का आसर लईए। सिक्खी अंदर भी चाहिए, सिक्खी बाहर भी चाहिए। जी 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 ठीक है। मैं उन्हां भरावां नूं कहूंगा ਜਿਹੜੇ ਗੁਰਸਿੱਖ ਨੇ ਪਰ ਉਹਨਾਂ ਦੇ ਜਿਹੜੇ ਅੰਦਰ ਸਿੱਖੀ ਬਿਲਕੁਲ ਨਹੀਂ, ਉਹਨਾਂ ਨੂੰ ਦੇਖ ਕੇ ਤਕਲੀਫ ਜ਼ਰੂਰ ਹੁੰਦੀ ਆ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਉਹ ਜ਼ਿਆਦਾ ਖਰਾਬ ਹੈ। ਹਾਂਜੀ। ਉਹਨਾਂ ਨੂੰ ਦੇਖ ਕੇ ਅਸੀਂ ਆਪਦੀਆਂ ਕਮਜ਼ੋਰੀਆਂ ਨੂੰ ਲੁਕੋ ਨਹੀਂ ਸਕਦੇ। ਹਾਂਜੀ ਠੀਕ ਹੈ। ਅਸੀਂ ਅਰਦਾਸ ਕਰ ਸਕਦੇ ਹਾਂ ਗੁਰੂ ਦੇ ਸਾਹਮਣੇ, ਪ੍ਰਮਾਤਮਾ ਉਹਨਾਂ ਨੂੰ ਸਮਤ ਬਖਸ਼ੇ। ਹਾਂਜੀ। ਤੇ ਸਾਨੂੰ ਬਲ ਬਖਸ਼ੇ, ਅਸੀਂ ਮੁੜ ਕੇ ਫੇਰ ਸਿੱਖੀ ਚ ਰਲ ਸਕੀਏ। ਠੀਕ ਹੈ ਠੀਕ ਹੈ। ਜਿਹੜੇ ਪ੍ਰਬੰਧ ਨੇ, ਪ੍ਰਬੰਧ ਆਪਣੇ ਇਸ ਤਰ੍ਹਾਂ ਦੀ ਗੱਲ ਦੇ ਨਾਲ ਠੀਕ ਆ, ਪਤਾ ਲੱਗਦਾ ਕਮਜ਼ੋਰੀਆਂ ਦਾ, ਪਰ ਆਪਣੇ ਇਹ ਬਹੁਤ ਜ਼ਿਆਦਾ ਗੱਲ ਵਿਗੜ ਚੁੱਕੀ ਆ ਜੀ। ਤੇ ਕਿਸੇ ਦੇ ਕੰਟਰੋਲ ਹੁਣ ਇਸ ਟਾਈਮ ਤਾਂ ਹੁੰਦੀ ਲੱਗਦੀ ਨਹੀਂ, ਪਰ ਫੇਰ ਦੀ ਕੋਸ਼ਿਸ਼ ਤੁਹਾਡੇ ਵਰਗੇ ਗੁਰਸਿੱਖ ਕੋਸ਼ਿਸ਼ ਜਾਰੀ ਰੱਖਣਗੇ ਤਾਂ ਹੋ ਸਕਦਾ ਕਿਸੇ ਟਾਈਮ ਪਰਮਾਤਮਾ ਠੀਕ ਹੈ ਮਿਹਰ ਕਰੇ। ਠੀਕ ਹੈ। ਭਾਈ ਨੰਦ ਲਾਲ ਜੀ ਨੇ ਇਹਦੇ ਬਾਰੇ ਨਾ ਬੜੀ ਸੋਹਣੀ ਗੱਲ ਕਹੀ ਹੈ ਕਿ ਉਹ ਕਹਿੰਦੇ ਇੱਕ ਦਿਹਾੜੇ ਸਤਿਗੁਰ ਪਾਸੋਂ ਪ੍ਰੇਮ ਸੁਰਾਹੀ ਪੀਤੀ, ਪਾਏ ਸਾਡੇ ਲਿਖੀ ਗਰੀਬੀ ਸੋ ਮਸਤਕ ਤਰ ਲੀਤੀ, ਸਾਰੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ, ਆਗੇ ਸਮਝ ਚਲੋ ਨੰਦ ਲਾਲਾ ਜੋ ਬੀਤੀ ਸੋ ਬੀਤੀ। ਕਿਸੇ ਵੀ ਸਮੇਂ ਕਦੀ ਵੀ ਦੇਰੀ ਨਹੀਂ, ਜਦੋਂ ਵੀ ਗੱਡੀ ਦੇ ਤੁਰਨ ਤੋਂ ਪਹਿਲਾਂ ਅਗਰ ਬੰਦਾ ਪਹੁੰਚ ਜਾਏ ਪਲੇਟਫਾਰਮ ਤੇ ਮੁਬਾਰਕ ਹੈ। ਹੁਣ ਅਖੀਰਲੀ ਕਾਲ ਲਵਾਂਗੇ। ਹਾਂਜੀ, ਕੌਣ ਬੋਲ ਰਹੇ ਜੀ? ਮੈਂ ਸਰਬਜੀਤ ਬੋਲ ਰਿਹਾ ਜੀ, ਵਰਜੀਨੀਆ ਤੋਂ। ਹਾਂਜੀ ਸਰਬਜੀਤ ਜੀ, ਹੁਕਮ ਕਰੋ। ਮੈਂ ਲਾਂਬਾ ਸਾਹਿਬ, ਮੈਂ ਪੁੱਛਣਾ ਸੀ ਕਿ ਤੁਸੀਂ ਵਾਂਸ ਯੂ ਐਕਸਪਲੇਨ ਕਿ ਨਿਸ਼ਾਨ ਸਾਹਿਬ ਦਾ ਰੰਗ ਜਿਹੜਾ ਉਹ ਪੀਲਾ ਹੋਣਾ ਚਾਹੀਦਾ ਹੈ ਜੀ। ਆਈ ਜਸਟ ਕਮ ਬੈਕ ਫਰਮ ਅੰਮ੍ਰਿਤਸਰ। ਉਹ ਕਹਿੰਦੇ ਨੇ ਕਿ ਉਹ ਜਿਹੜਾ ਹੈਗਾ ਕੀ ਕਹਿੰਦੇ ਉਹਨੂੰ, ਆਪਣਾ ਪੀਲਾ ਜਿਹੜਾ ਦੂਜਾ ਰੰਗ ਹੈਗਾ ਕੇਸਰੀ ਰੰਗ ਜੀ, ਕਹਿੰਦੇ ਨਹੀਂ ਉਹ ਹੋਣਾ ਚਾਹੀਦਾ ਜੀ। ਦੇਖੋ ਗੱਲ ਤੁਸੀਂ ਬਹੁਤ ਅੱਛੀ ਗੱਲ ਕਹੀ ਹੈ। ਮੈਂ ਬਹੁਤ ਸਪਸ਼ਟ ਕਰ ਦਿਆਂ, ਸਿੱਖ ਰਹਿਤ ਮਰਿਆਦਾ ਜਿਹੜੀ ਸਾਡੇ ਕੋਲ ਮੌਜੂਦ ਹੈ, ਜਿਹੜੀ ਸ਼ੁਰੂ ਤੋਂ ਚਲੀ ਆ ਰਹੀ ਹੈ, ਜਿਹੜਾ ਰੰਗ ਉਹਦੇ ਵਿੱਚ ਅੰਕਿਤ ਹੈ ਉਹ ਰੰਗ ਹੈ ਬਸੰਤੀ। ਬਸੰਤ ਰੰਗ ਜਿਹੜਾ ਹੈ, ਬਸੰਤ ਦੇ ਫੁੱਲਾਂ ਦਾ, ਜਿਵੇਂ ਸਰੋਂ ਦੇ ਫੁੱਲਾਂ ਦਾ ਹਲਕੇ ਪੀਲੇ ਫੁੱਲਾਂ ਦਾ ਰੰਗ ਹੁੰਦਾ, ਉਹ ਬਸੰਤੀ ਹੈ। ਕੇਸਰੀ ਰੰਗ ਜਿਹੜਾ ਹੈ ਉਹ ਭਗਵਾ ਜਾਂ ਕੇਸਰੀ ਤੋਂ ਹੁਣ ਭਗਵਾ ਹੋ ਗਿਆ। ਹਰਮੰਦਰ ਸਾਹਿਬ ਦੇ ਵਿੱਚ ਹੁਣ ਜਿਹੜਾ ਸਿਰੋਪਾਓ ਦਿੱਤੇ ਜਾ ਰਹੇ ਹਨ ਉਹ ਭਗਵੇ ਰੰਗ ਦੇ ਹਨ। ਭਗਵਾ ਰੰਗ
ਉਹ ਵੈਰਾਗ ਦਾ, ਉਦਾਸੀਨਤਾ ਦਾ ਔਰ ਨਿਰਾਸ਼ਤਾ ਦਾ ਚਿੰਨ੍ਹ ਹੈ। ਬਸੰਤੀ ਰੰਗ ਜਿਹੜਾ ਹੈ, ਬਸੰਤ ਰਾਗ ਖੇੜੇ ਦਾ ਰੰਗ ਹੈ। ਸਿੱਖ ਰਹਿਤ ਮਰਿਆਦਾ ਦੇ ਵਿੱਚ ਬਹੁਤ ਸਪਸ਼ਟ ਲਿਖਿਆ ਹੈ ਕਿ ਨਿਸ਼ਾਨ ਸਾਹਿਬ ਦਾ ਰੰਗ ਜਾਂ ਬਸੰਤੀ ਜਾਂ ਸੁਰਮਈ ਹੋਏ। ਸੁਰਮਈ ਰੰਗ ਹੈ, ਨੀਲਾ ਜਿਹੜਾ ਰੰਗ ਹੈ, ਜਿਹੜੇ ਨਿਹੰਗ ਸਿੰਘ ਵਰਤਦੇ ਹਨ ਉਹ ਨੀਲਾ ਹੈ। ਸੋ ਇਹ ਰੰਗ ਦੋ ਪ੍ਰਵਾਨ ਹਨ, ਬਾਕੀ ਹੋਰ ਕੋਈ ਰੰਗ ਨਹੀਂ। ਸਿੰਘ ਸਾਹਿਬ ਜਥੇਦਾਰ ਜੋਗਿੰਦਰ ਸਿੰਘ ਜੀ ਨਾਲ ਗੱਲ ਹੋਈ ਸੀ, ਉਹਨਾਂ ਨੇ ਯਕੀਨ ਦਿਵਾਇਆ ਸੀ ਕਿ ਅਸੀਂ ਇਸ ਨੂੰ ਤਬਦੀਲ ਕਰਾਂਗੇ, ਇਸ ਨੂੰ ਚੇਂਜ ਕਰਾਂਗੇ। ਪਰ ਕੀ ਕਾਰਨ ਹੈ, ਕਿਉਂ ਨਹੀਂ ਹੋ ਰਿਹਾ? ਹਰਿਮੰਦਰ ਸਾਹਿਬ ਦੇ ਵਿੱਚ ਅਕਾਲ ਤਖਤ ਸਾਹਿਬ, ਹਰਿਮੰਦਰ ਸਾਹਿਬ ਦੇ ਦੋ ਨਿਸ਼ਾਨ ਸਾਹਿਬ, ਉਹ ਨਿਸ਼ਾਨ ਸਾਹਿਬ ਭਗਵੇ ਜਾਂ ਕੇਸਰੀ ਹੋ ਜਾਣ, ਇਹ ਸਾਡੇ ਲਈ ਬਹੁਤ ਹੀ ਇੱਕ ਅਫਸੋਸਨਾਕ ਗੱਲ ਹੈ। ਔਰ ਇਹ ਇਸ ਪ੍ਰੋਗਰਾਮ ਰਾਹੀਂ ਅਸੀਂ ਬੇਨਤੀ ਕਰਦੇ ਹਾਂ ਉਹ ਜ਼ਰੂਰ ਲਾਗੂ ਕੀਤਾ ਜਾਏ। ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ। ਤੁਸੀਂ ਸਾਨੂੰ ਈਮੇਲ ਕਰੋ info@justpunjabi.com ਜਾਂ lamba@justpunjabi.com। ਹੁਣ ਇਜਾਜ਼ਤ ਦਿਓ, ਇੱਕ ਪ੍ਰੋਗਰਾਮ ਲੈ ਕੇ ਅਗਲੇ ਮੰਗਲਵਾਰ ਨੂੰ ਫਿਰ ਹਾਜ਼ਰ ਹੋਵਾਂਗੇ ਸ਼ਾਮ ਨੂੰ 8:30 ਵਜੇ ਈਸਟਰਨ ਟਾਈਮ। ਤਦ ਤੱਕ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।